हेलो सत श्री अकाल नमस्ते आदाब वेलकम टू विजन सोशल क्लब पावर्ड बाय आलिया कस्टम होम्स। ਅੱਜ ਅਸੀਂ ਮੁਲਾਕਾਤ ਕਰਾ ਰਹੇ ਹਾਂ ਸਾਡੇ ਕਲੱਬ ਦੇ ਅਗਲੇ ਮੈਂਬਰ ਨਾਲ, ਜੋ ਕਿ ਅੱਗੇ ਇੱਕ ਆਪਾਂ ਸੋਚਦੇ ਹੁੰਦੇ ਸੀਗੇ ਕਿ ਕੋਈ ਇਹੋ ਜਿਹੀ ਦਵਾ ਦਾਰੂ ਹੈਗੀ ਹੈ ਕਿ ਜਿਹਦੇ ਨਾਲ ਹਾਸਿਆਂ ਦੀ, ਖੁਸ਼ੀਆਂ ਦੀ, ਖੇੜਿਆਂ ਦੀ ਕੋਈ ਗੱਲ ਬਣ ਜੇ। ਤਾਂ ਹਾਂ, ਮੈਂ ਗੱਲ ਕਰ ਰਿਹਾ ਵਾਂ ਉਹ ਰੈਮੇਡੀ ਦੀ, ਜਿਹੜੀਆਂ ਵੀਡੀਓਜ਼ ਦੇਖ ਕੇ ਆਪਾਂ ਨੂੰ ਗਮੀ 'ਚ ਵੀ ਹਾਸਾ ਆ ਜਾਂਦਾ। ਮੈਂ ਅੱਜ ਵੈਲਕਮ ਕਰਨਾ ਚਾਹੁੰਦਾ ਵਾਂ ਉਹਨਾਂ ਦਾ, ਜੋ ਕਿ ਬਹੁਤ ਹੀ ਫੇਮਸ ਨੇ ਤੇ ਕੈਨੇਡਾ ਵਿੱਚ ਤਾਂ ਉਹ ਪੂਰੀਆਂ ਧੁੰਮਾਂ ਪਾ ਚੁੱਕੇ ਤੇ ਫਿਲਮਾਂ ਤੇ ਗਾਣਿਆਂ ਵਿੱਚ ਵੀ ਆਪਦਾ ਪੂਰਾ ਨਾਮ ਬਣਾ ਚੁੱਕੇ। ਮੈਂ ਵੈਲਕਮ ਕਰਦਾ ਰੈਮੇਡੀ ਬਰਾੜ ਦਾ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਔਨ ਦਾ ਸ਼ੋ। Thank you so much. Thank you for giving me the opportunity. Thank you ਤੁਸੀਂ ਮੈਨੂੰ option ਦਿੱਤਾ TV ਤੇ ਆਉਣ ਦਾ and introduce myself. So thank you very much. ਰੈਮੇਡੀ, ਪਹਿਲਾ ਤਾਂ ਸਵਾਲ ਇਹੀ ਆ ਕਿ ਜਿਹੜਾ ਇਹ ਨਾਮ ਆ ਰੈਮੇਡੀ ਬਰਾੜ, ਇਹ ਕਿਵੇਂ, ਇਹਦੀ ਕਹਾਣੀ ਕੀ ਹੈ? It's like a funny story. So ਜਿੱਦਾਂ ਮੈਂ ਮੌਂਟਰੀਅਲ ਤੋਂ, right? So ਅਸੀਂ ਫਰੈਂਚ ਸਕੂਲ ਵਿੱਚ ਜਾਂਦੇ ਸੀਗੇ and ਮੇਰਾ ਨਾਮ ਜਿੱਦਾਂ ਰੈਮਨਦੀਪ ਆ। ਸੋ ਜਦੋਂ ਤੁਸੀਂ ਫਾਸਟ ਕਹਿੰਦੇ ਆ ਉਹ ਰੈਮੇਡੀ ਵਾਂਗੂ ਲੱਗਦਾ ਹੈ, ਰਾਈਟ? ਸੋ ਮੈਂ ਇੱਕ ਆਪਣੀ ਗੋਰੀ ਫਰੈਂਡ ਨੂੰ ਜਦੋਂ ਪਹਿਲੀ ਵਾਰੀ ਮਿਲੀ, ਉਹਨੇ ਮੈਨੂੰ ਪੁੱਛਿਆ ਕਿ ਵਾਟਸ ਯੋਰ ਨੇਮ? ਸੋ ਆਮ ਲਾਈਕ ਓ ਇਟਸ ਰੈਮੇਡੀ। ਪਰ ਜਿੱਦਾਂ ਮੈਂ ਇੰਨਾ ਫਾਸਟ ਕਿਹਾ ਸੀ, ਉਹਨੂੰ ਲੱਗਿਆ ਕਿ ਮੈਂ ਕਿਹਾ ਰੈਮੇਡੀ। ਸੋ ਦੈਨ ਸ਼ੀ ਇਜ਼ ਲਾਈਕ ਓ ਆਈ ਥਿੰਕ ਯੂ ਆਰ ਲਾਈਕ ਅ ਰੈਮੇਡੀ, ਤੁਸੀਂ ਮੈਨੂੰ ਹਮੇਸ਼ਾ ਹਸਾਉਂਦੀ ਰਹਿੰਦੀ ਆ। ਸੋ ਦੈਨ ਆਈ ਜਸਟ ਕੈਪਟ ਵਿਦ ਦੈਟ ਨੇਮ ਐਂਡ ਜਦੋਂ ਫਿਰ ਅਸੀਂ ਵੀਡੀਓਜ਼ ਬਣਾਉਣ ਲੱਗ ਪਏ ਐਂਡ ਐਵਰੀਥਿੰਗ, ਸੋ ਫਿਰ ਮੈਂ ਇਹੀ ਨੇਮ ਯੂਜ਼ ਕੀਤਾ ਉਹਦੇ ਲਈ, ਸਕਰੀਨ ਨੇਮ ਬੇਸਿਕਲੀ। ਜਿਵੇਂ ਗੱਲ ਕਰੀਏ ਕਿ ਤੁਹਾਡਾ ਨਾਮ ਤਾਂ ਤੁਸੀਂ ਦੱਸ ਹੀ ਦਿੱਤਾ ਵਾ ਕਿ ਇੱਕ ਲਾਈਫ ਦੇ ਵਿੱਚ ਇੱਕ ਚੇਂਜਿੰਗ ਮੂਮੈਂਟ ਸੀਗਾ ਕਿ ਉਹਨੇ ਨਾਮ ਨੇ ਤੁਹਾਡੀ ਲਾਈਫ ਵੀ ਮੇਰੇ ਲੱਗਦਾ ਕਿਤੇ ਨਾ ਕਿਤੇ ਬਦਲ ਕੇ ਰੱਖਤੀ ਹੈ ਤੇ ਬਹੁਤ ਹੀ ਫੇਮਸ ਨਾਮ ਆ, ਯੂਨੀਕ ਨੇਮ ਆ, ਕਿਸੇ ਦਾ ਅੱਜ ਤੱਕ ਸੁਣਿਆ ਵੀ ਨਹੀਂ ਮੈਂ। ਹਾਂਜੀ, ਮੈਨੂੰ ਹਮੇਸ਼ਾ ਇਹੀ ਸੁਣਨ ਨੂੰ ਮਿਲਦਾ ਜਦੋਂ ਵੀ ਮੇਰੀ ਕਿਤੇ ਇੰਟਰਵਿਊ ਹੁੰਦੀ ਆ ਔਰ ਜਦ ਮੈਂ ਅਸੀਂ ਕਦੇ ਕੋਈ ਸੌਂਗ ਕੀਤਾ ਜਾਂ ਕੁਛ ਵੀ ਕੀਤਾ, ਨਵੇਂ ਲੋਕਾਂ ਨੂੰ ਅਸੀਂ ਮਿਲਦੇ ਹਾਂ, ਰਾਈਟ? ਹਮੇਸ਼ਾ ਇਹੀ ਕਹਿਣ ਨੂੰ ਮਿਲਦਾ ਕਿ ਇਹ ਨੇਮ ਬਹੁਤ ਹੀ ਡਿਫਰੈਂਟ ਆ, ਕਦੇ ਕਿਸੇ ਨੇ ਸੁਣਿਆ ਨਹੀਂ। ਸੋ ਉਹਨਾਂ ਨੂੰ ਕਈ ਵਾਰ ਲੱਗਦਾ ਕਿ ਮੇਰਾ ਰੀਅਲ ਨੇਮ ਆ, ਦੈਨ ਮੈਂ ਉਹਨਾਂ ਨੂੰ ਸਟੋਰੀ ਦੱਸਦੀ ਹਾਂ ਐਂਡ ਦੈਨ ਦੇ ਜਸਟ ਲਾਫ ਅਬਾਊਟ ਇਟ ਲਾਈਕ ਯਾ ਇਟਸ ਅ ਫਨੀ ਨੇਮ, ਇਟਸ ਅ ਕੋਇਨਸੀਡੈਂਸ, ਆਈ ਗॉट ਇਟ, ਬਟ ਦੈਨ ਯੂ ਨੋ ਵਾਟ I decided to just keep it forever. ਰੈਮੇਡੀ, ਜੇ ਗੱਲ ਕਰੀਏ ਕਿ ਮੈਂ ਤਾਂ ਖੁਦ ਤੁਹਾਡੀ ਜਿਹੜੀ ਕਮੇਡੀ ਆ ਉਹਦਾ ਬਹੁਤ ਫੈਨ ਆ, ਕਿਉਂਕਿ ਜਦੋਂ ਇੱਕ ਰੀਲ ਦਾ ਜ਼ਮਾਨਾ ਹੋਣਾ ਆ ਤੇ ਥੋੜ੍ਹੇ ਜਿਹੇ ਆਪਾਂ 2-4 ਸਾਲ ਪਿੱਛੇ ਦੀ ਗੱਲ ਕਰੀਏ ਤੇ ਉਦੋਂ ਇੱਕ ਛੋਟੇ ਪਲੇਟਫਾਰਮ ਸੀਗੇ ਤੇ ਉੱਥੇ ਆਪਾਂ ਤੁਹਾਡੀਆਂ ਮੈਂ ਵੀਡੀਓਜ਼ ਦੇਖਦਾ ਹੁੰਦਾ ਸੀ ਤੇ ਜਿਹੜਾ ਤੁਹਾਡਾ ਕੰਟੈਂਟ ਹੁੰਦਾ ਸੀਗਾ ਉਹ ਬਹੁਤ ਹੀ ਰੀਅਲ ਤੇ ਬੜਾ ਹੀ ਸਮੂਥ ਹੁੰਦਾ ਸੀ। ਇੰਨਾ ਆਈਡੀਆ ਲੈ ਕੇ ਕਿੱਥੋਂ ਆਉਂਦੇ ਹੁੰਦੇ ਸੀ? Honestly, ਜਿੱਦਾਂ ਮੈਂ ਪਹਿਲਾਂ ਸ਼ੁਰੂ ਕੀਤਾ, ਜਦੋਂ ਵਾਈਨਸ ਪਹਿਲਾਂ ਸ਼ੁਰੂ ਹੋਈਆਂ ਸੀਗੀਆਂ, ਰਾਈਟ? ਮੈਂ ਜਿੱਦਾਂ ਲੋਕਾਂ ਨੂੰ ਦੇਦੀ ਸੀਗੀ ਬਿਕੋਜ਼ ਉਹਦੇ 'ਚ ਨਾ 6 ਸੈਕਿੰਡਸ ਔਰ 10 ਸੈਕਿੰਡਸ ਦੀ ਵੀਡੀਓ ਬਣਦੀ ਸੀਗੀ, ਜ਼ਿਆਦਾ ਨਹੀਂ ਬਣਦੀ ਸੀ, ਰਾਈਟ? ਸੋ ਜੇ ਤੁਹਾਡੇ ਕੋਲ ਕੋਈ ਫਨੀ ਕਨਸੈਪਟ ਆ, ਤੁਹਾਨੂੰ ਮੇਕ ਸ਼ੋਰ ਕਰਨਾ ਪੈਂਦਾ ਉਹ ਆਈਡੀਆ ਨੂੰ ਕਿ ਤੁਸੀਂ ਪੂਰੀ ਤਰ੍ਹਾਂ ਉਹਨੂੰ ਫਿਲਮ ਕਰ ਲਓ, ਬਟ ਸਿਰਫ ਤੁਹਾਡੇ ਕੋਲ 10 ਸੈਕਿੰਡਸ ਆ, ਰਾਈਟ? ਸੋ ਮੇਰਾ ਸੀਗਾ ਬਿਕਾਜ਼ ਆਮ ਅ ਬਰਾਊਨ ਗਰਲ, ਰਾਈਟ? ਸੇ ਜਦੋਂ ਮੋਸਟਲੀ ਬਰਾਊਨ ਗਰਲ ਜਦੋਂ ਤੁਸੀਂ ਵੈਸਟਰਨ ਕੰਟਰੀ ਵਿੱਚ ਰਹਿੰਦੇ ਆ, ਵੀ ਸਟਰਗਲ ਵਿਦ ਅ ਲੋਟ ਆਫ ਥਿੰਗਸ, ਜਿੱਦਾਂ ਫੈਮਿਲੀ ਪ੍ਰੋਬਲਮ ਜੋ ਵੀ ਆ ਨਾ, ਮਤਲਬ ਕਿ ਜਿੱਦਾਂ ਸਾਡੇ ਲਈ ਉਹ ਫਨੀ ਹੁੰਦਾ ਜਦੋਂ ਸਾਡੇ ਪੇਰੈਂਟਸ ਸਾਨੂੰ ਕੁਝ ਕਹਿੰਦੇ ਆ। ਸੋ ਜਦੋਂ ਮੈਂ ਇਹ ਸਟਾਰਟ ਇੱਦਾਂ ਦੀ ਵੀਡੀਓ ਬਣਾਉਣਾ ਸ਼ੁਰੂ ਕੀਤਾ, ਲੋਕਾਂ ਨੇ ਰਿਲੇਟ ਕੀਤਾ ਕਿ ਹਾਂ ਬਰਾਊਨ ਮੌਮਸ ਇੱਦਾਂ ਕਰਦੀਆਂ, ਔਰ ਜਿੱਦਾਂ ਫਰੈਂਡਸ ਨਾਲ ਵੀਡੀਓ ਬਣਾਉਣਾ ਔਰ ਸਮਥਿੰਗ ਫਨੀ ਰਿਲੇਟੇਬਲ, then people started liking it. Basically that's how it kind of started with just one video led to another and then ਮੈਂ ਹੋਰ ਲੋਕਾਂ ਨੂੰ ਮਿਲੀ, ਫਿਰ ਉਹ ਕਈ ਵਾਰੀ ਮੈਨੂੰ ਆਈਡੀਆਜ਼ ਦਿੰਦੇ ਸੀ ਔਰ ਕਈ ਵਾਰੀ ਜਦੋਂ ਵੀਡੀਓ ਦੇ ਥੱਲੇ ਕਮੈਂਟ ਕਰਦੇ ਸੀ ਕਿ ਉਹ ਤੁਸੀਂ ਇੱਦਾਂ ਦੀ ਵੀਡੀਓ ਬਣਾਓ ਔਰ ਇਸ ਕਨਸੈਪਟ 'ਤੇ ਵੀਡੀਓ ਬਣਾਓ। ਸੋ ਬੇਸਿਕਲੀ ਇੱਦਾਂ ਹੀ ਸਾਰਾ ਕੁਝ ਸਟਾਰਟ ਹੋਇਆ। ਫਿਰ ਹੌਲੀ ਜਦੋਂ ਤੁਸੀਂ ਜ਼ਿਆਦਾ ਵੀਡੀਓ ਕਰਦੇ ਫਿਰ ਸਮ ਆਈਡੀਆਜ਼ ਤੁਹਾਨੂੰ ਉੱਦਾਂ ਹੀ ਆ ਜਾਂਦੇ। ਕਈ ਵਾਰੀ ਮੈਂ ਬੈਠੀ ਆ TV ਦੇਖਦੀ ਆ, ਮੈਨੂੰ ਆਈਡੀਆ ਆ ਜਾਂਦਾ ਸੀ, ਫਿਰ ਮੈਂ ਲਿਖ ਲੈਂਦੀ ਸੀ ਕਿ ਓਕੇ ਨੈਕਸਟ ਵੀਡੀਓ ਮੈਂ ਇਹਦੇ 'ਤੇ ਬਣਾਉਂਗੀ। ਰੈਮੇਡੀ, ਕਈ ਵੀਡੀਓਜ਼ ਦੇ ਵਿੱਚ ਤੁਸੀਂ ਇੱਕ ਇੰਡੀਅਨ ਮਦਰ ਦਾ ਕਿਰਦਾਰ ਨਿਭਾਉਂਦੇ ਹੋ ਜਾਂ ਮਦਰਸ ਨੂੰ ਲੈ ਕੇ ਬਣਾਈ ਹੁੰਦੀ ਹੈ ਵੀਡੀਓ, ਕਿ ਉਹ ਤੁਹਾਡੀ ਰੀਅਲ ਲਾਈਫ ਦੇ ਵਿੱਚ ਉਹ ਤੁਹਾਡੇ ਨਾਲ ਰਿਲੇਟ ਸੀਗੀਆਂ ਗੱਲਾਂ ਕਿ ਇਹ ਇਮੈਜਿਨਰੀ ਤੁਸੀਂ ਇਹ ਕ੍ਰੀਏਟ ਕੀਤੀਆਂ ਸੀ? ਸੋ ਕਈ ਹੈਗੀਆਂ ਸੀਗੀਆਂ ਰਿਲੇਟੇਬਲ ਸੀਗੀਆਂ ਫॉर ਸ਼ੋਰ, ਜਿੱਦਾਂ ਮੰਮੀ ਦੇ ਨਾਲ ਹੋ ਗਿਆ, ਰਾਈਟ? ਔਰ ਕਈਆਂ ਦਾ ਮੈਂ ਦੇਖਿਆ ਮੇਰੇ ਫਰੈਂਡਸ ਦੇ ਮੰਮੀ ਜਿੱਦਾਂ ਉਹਨਾਂ ਨਾਲ ਰਿਐਕਟ ਕਰਦੇ ਸੀਗੇ। ਸੋ ਮੋਸਟਲੀ ਰਿਲੇਟੇਬਲ ਹੈਗਾ ਸੀਗਾ ਕੁਛ ਤੇ ਕੁਛ ਮੈਂ ਜਿੱਦਾਂ ਜਸਟ ਟੁੱਕ ਇਟ ਅਵੇ ਫਰਮ ਮਾਈ ਫਰੈਂਡਸ ਵਨ ਆਈ ਸਾ देयर ਫੈਮਲੀਜ਼ ਐਂਡ ਐਵਰੀਥਿੰਗ। ਔਰ ਕਈ ਵਾਰੀ ਮੂਵੀ 'ਚ ਜਿੱਦਾਂ ਦੇਖਦੇ ਆ ਹਨਾ ਰਿਲੇਟੇਬਲ ਕੀਤਾ। ਔਰ ਜਦੋਂ ਕਈ ਵਾਰੀ ਮੈਂ ਆਪਣੇ ਕਿਸੇ ਰਿਲੇਟਿਵ ਨਾਲ ਇੰਡੀਆ ਵਿੱਚ ਗੱਲ ਕਰਦੇ ਸੀ, ਉਹ ਜਿੱਦਾਂ ਦੱਸਦੇ ਆ ਕਿ ਉਹ ਅਸੀਂ ਇੱਦਾਂ ਕਰਦੇ ਹੁੰਦੇ ਸੀਗੇ। ਸੋ ਸਮ ਥਿੰਗਸ ਆਰ ਜਸਟ basically took it from those ideas and then try to put them on on camera. ਤੇ ਰੈਮੇਡੀ, ਆਪਾਂ ਸ਼ੋਅ ਨੂੰ ਅੱਗੇ ਵਧਾਉਂਦੇ ਆ ਤੇ ਸਾਡੇ ਸ਼ੋਅ ਦੇ ਪਹਿਲੇ ਸੈਗਮੈਂਟ ਵੱਲ ਵਧਦੇ ਆ ਜਿਹਦਾ ਨਾਮ ਹੈਗਾ BTS। BTS ਦਾ ਇਹ ਹੈ ਕਿ ਅਸੀਂ ਤੁਹਾਨੂੰ ਥੋੜੀਆਂ ਤਸਵੀਰਾਂ ਦਿਖਾਵਾਂਗੇ ਤੇ ਤੁਸੀਂ ਦੱਸਣੀ ਉਹਦੇ ਪਿੱਛੇ ਤੁਹਾਡੀ ਕਹਾਣੀ ਕੀ ਹੈ। ਹਾਂਜੀ, for sure, thank you. ਇਹ ਪਿਕਚਰ probably
December or January ਵਿੱਚ ਸੀਗੀ ਇਹ ਸਾਡਾ ਸੀਗਾ ਜਦੋਂ ਅਸੀਂ ਡਰਾਈਵ ਕੀਤਾ ਸੀਗਾ it's a motorcade going from like Bramley city center to all the way Toronto downtown so ਉਸ ਦਿਨ ਕਾਫੀ ਲੋਕੀ ਆਏ ਸੀਗੇ because obviously ਅਸੀਂ ਤਾਂ ਪਲਾਨ ਕਰ ਸਕਦੇ ਆ but ਜੇ ਉੱਥੇ ਕੋਈ ਆਊਗਾ ਹੀ ਨਹੀਂ ਸ਼ੋ ਅਪ ਹੀ ਨਹੀਂ ਕਰੂਗਾ ਰਾਈਟ so ਫਿਰ ਉਹ ਸਾਰਾ ਕੁਝ ਉਹਨਾਂ ਦੇ ਸਿਰ ਤੇ ਆ and then ਮੈਂ ਇਹ ਵਾਲਾ ਫਲੈਗ ਦੇਖਿਆ ਸੀਗਾ and it was just an amazing picture and amazing turnout overall so ਇਸ ਬੇਸਿਕਲੀ ਇਹ ਕਹਾਣੀ ਉਸ ਦਿਨ ਸਨੋ ਵੀ ਬਹੁਤ ਜ਼ਿਆਦਾ ਪਈ ਸੀ ਠੰਡ ਵੀ ਬਹੁਤ ਜ਼ਿਆਦਾ ਸੀਗੀ ਬਟ ਅਸੀਂ ਬਹੁਤ ਹੈਪੀ ਸੀਗੇ ਕਿ ਜਿੰਨਾ ਟਰਨ ਆਊਟ ਹੋਇਆ ਸਾਡਾ ਜਿਹੜਾ ਵੀ ਅਸੀਂ ਪ੍ਰੋਟੈਸਟ ਕੀਤਾ ਸੀਗਾ ਇਟ ਵਾਸ ਵੈਰੀ ਸਕਸੈਸਫੁਲ ਸੋ ਯਾ ਦੈਟਸ ਬੇਸਿਕਲੀ ਦ ਸਟੋਰੀ ਬਿਹਾਈਂਡ ਦਿਸ ਪਿਕਚਰ ਰੈਮਡੀ ਜੇ ਗੱਲ ਕਰੀਏ ਕਿ ਹੁਣ ਤੁਸੀਂ ਪ੍ਰੋਟੈਸਟ ਦੀ ਗੱਲ ਕੀਤੀ ਹੈ ਜਿਹੜਾ ਕਿਸਾਨ ਮੋਰਚਾ ਵਾ ਮੈਂ ਦੇਖਿਆ ਕਿ ਕੋਈ ਵੀ ਸੋਸ਼ਲ ਜਿਹੜਾ ਅੱਜ ਕੱਲ੍ਹ ਇਸ਼ੂ ਚੱਲ ਰਿਹਾ ਹੁੰਦਾ ਵਾ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੁੰਦਾ ਤੁਸੀਂ ਉਹਨੂੰ ਲੈ ਕੇ ਹਮੇਸ਼ਾ ਆਪਣਾ ਇੱਕ ਪੱਖ ਰੱਖਦੇ ਹੋ ਹਾਂਜੀ ਸੋ ਮੇਰਾ ਮਤਲਬ ਸੋ ਦ ਰੀਜ਼ਨ ਵਾਈ ਆਈ ਡੂ ਇਟ ਬਿਕਾਜ਼ ਮੇਰੇ ਕੋਲੇ ਜੇ ਮੈਂ ਸੋਚਿਆ ਕਿ ਮੇਰੇ ਕੋਲ ਪਲੇਟਫਾਰਮ ਹੈਗਾ ਰਾਈਟ ਉਹਨੂੰ ਰਾਈਟ ਰੀਜ਼ਨਸ ਲਈ ਯੂਜ਼ ਕਰੀਏ ਹਾਂ ਮੈਂ ਉਹਨੂੰ ਆਪਣੇ ਪਰਸਨਲ ਲਈ ਵੀ ਯੂਜ਼ ਕਰਦੀ ਹਾਂ ਲਾਈਕ ਜੇ ਅਸੀਂ ਕਿਤੇ ਬਾਹਰ ਜਾਂਦੇ ਹਾਂ ਆਈ ਟਰਾਈ ਟੂ ਪੋਸਟ ਦੋਜ਼ ਪਿਕਚਰਸ ਬਟ ਮੈਂ ਉਹਨੂੰ ਰਾਈਟ ਵੇ ਦੇ ਨਾਲ ਯੂਜ਼ ਕਰਨਾ ਚਾਹੁੰਦੀ ਹਾਂ ਜੇ ਕੋਈ ਫੋਰ ਐਗਜ਼ਾਮਪਲ ਕੋਈ ਇਸ਼ੂ ਚੱਲ ਰਿਹਾ ਕਿਸੇ ਵੀ ਵਰਲਡ ਵਿੱਚ ਕਿਸੇ ਵੀ ਕੋਨੇ ਵਿੱਚ ਹੋ ਸਕਦਾ ਰਾਈਟ ਕਿਸੇ ਸਿਟੀ ਵਿੱਚ ਕਿਸੇ ਕੰਟਰੀ ਵਿੱਚ ਮੈਂ ਚਾਹੁੰਦੀ ਹਾਂ ਕਿ ਮੇਰੇ ਜਿਹੜੇ ਫੋਲੋਅਰਸ ਲੋਕੀ ਮੈਨੂੰ ਦੇਖਦੇ ਆ ਔਰ ਚਾਹੇ ਉੱਦਾਂ ਵੀ ਕੋਈ ਦੇਖਦਾ ਆ ਮੇਬੀ ਇਟਸ ਟੂ ਐਜੂਕੇਟ them ਕਈ ਵਾਰੀ ਮੇਬੀ ਉਹਨਾਂ ਨੂੰ ਨਹੀਂ ਪਤਾ ਹੋਊਗਾ ਜੇ ਅਸੀਂ ਇੱਕ ਪੋਸਟ ਕਰਦੇ ਹਾਂ ਨਾ ਜੇ ਇਹ ਵੀ 5 ਬੰਦਿਆਂ ਨੇ ਦੇਖਿਆ ਆ ਮੇਬੀ ਉਹਨਾਂ ਵਿੱਚੋਂ ਇੱਕ ਬੰਦਾ ਜਾ ਕੇ ਉਹਨੂੰ ਲਾਈਕ they're gonna like search for it and they're gonna try to find like what's going on ਹਨਾ ਤੇ ਇਹਦੇ ਨਾਲ basically ਤੁਸੀਂ educate ਕਰ ਸਕਦੇ ਆ and plus ਤੁਸੀਂ ਲੋਕਾਂ ਨੂੰ ਇਹ ਵੀ ਦਿਖਾਉਂਦੇ ਆ ਕਿ like you know this is your chance to make change whatever you can do to change the world in any way and I feel like posting it kind of gives us a platform to find more about the problems and to address those issues in certain ways ਇਹਦੇ ਨਾਲ ਅਸੀਂ ਕਈ ਵਾਰੀ ਹੋਰ ਲੋਕਾਂ ਨਾਲ ਵੀ ਜੁੜਦੇ ਹਾਂ because ਮੇਬੀ ਜਿਹੜੇ ਕੰਟਰੀ ਦੀ ਪ੍ਰੋਬਲਮ ਹੋਊਗੀ ਮੇਬੀ ਉਹਨਾਂ ਵਿੱਚੋਂ ਕੋਈ ਬੰਦਾ ਆ ਕੇ ਸਾਨੂੰ ਮੈਸੇਜ ਕਰਦਾ ਹੈ ਨੂੰ ਸਾਨੂੰ ਹੋਰ ਦੱਸਦੇ ਆ ਪ੍ਰੋਬਲਮ ਬਾਰੇ ਕਿ ਇੱਦਾਂ ਹੋ ਰਿਹਾ ਮੇਬੀ ਦਿਸ ਇਜ਼ ਵਾਟ ਵੀ ਕੈਨ ਡੂ ਟੂ ਕਾਈਂਡ ਆਫ ਫਿਕਸ ਦ ਇਸ਼ੂ ਔਰ ਮੇਬੀ ਪੁੱਟ ਇਟ ਆਊਟ ਦੇਅਰ ਇਨ ਲਾਈਟ ਸੋ ਦੈਟਸ ਵਾਈ ਆਈ ਡੂ ਇਟ ਬਿਕਾਜ਼ ਆਈ ਫੀਲ ਲਾਈਕ ਕਈ ਚੀਜ਼ਾਂ ਯੰਗਰ ਜਨਰੇਸ਼ਨ ਲਈ ਹੁੰਦੀਆਂ ਕਈ ਚੀਜ਼ਾਂ ਵੂਮਨ ਲਈ ਹੁੰਦੀਆਂ ਕਈ ਚੀਜ਼ਾਂ ਲਾਈਕ ਫੈਮਿਲੀ ਜਿਹੜੇ ਸਟਰਗਲ ਕਰਦੀਆਂ ਜਿਨ੍ਹਾਂ ਕੋਲ ਮੇਬੀ you know low income families or kai homeless hunde a or maybe kai hunde a based on religions based on color so it like I think it's our duty je sade kol platform hega chahe chota ya chahe vadda ya chahe jinna vi chota hove right chahe tode kol 5000 followers vi hunde a tusi you should use your platform for the right reasons to raise awareness because ਇਹ ਬਹੁਤ ਹੈਲਪ ਕਰਦਾ ਚਾਹੇ ਮੇਬੀ 2 ਬੰਦੇ ਵੀ ਦੇਖਦੇ ਆ ਐਟਲੀਸਟ ਤੁਸੀਂ ਉਹਨਾਂ ਨੂੰ ਐਜੂਕੇਟ ਕੀਤਾ ਸੋ ਦੈਟਸ ਦ ਮੇਨ ਰੀਜ਼ਨ ਕਿ ਜਦੋਂ ਵੀ ਮੈਨੂੰ ਕੁਝ ਲੱਗਦਾ ਕਿ ਹਾਂ ਮੈਨੂੰ ਇਹ ਪੋਸਟ ਕਰਨਾ ਚਾਹੀਦਾ ਬੇਸਡ ਔਨ ਦ ਪ੍ਰੋਬਲਮ ਦੈਟਸ ਹੈਪਨਿੰਗ ਆਈ ਡੈਫੀਨਿਟਲੀ ਟਰਾਈ ਮਾਈ ਬੈਸਟ ਟੂ ਸ਼ੇਅਰ ਵਿਦ ਐਵਰੀਬਡੀ ਦੈਟ ਫੋਲੋਜ਼ ਮੀ or like even you know whatever it is I can have a conversation ਅਸੀਂ ਕਿਤੇ ਬਾਹਰ ਜਾਂਦੇ ਆ ਮੈਂ ਉਹਨਾਂ ਨੂੰ ਕੁਐਸਚਨ ਪੁੱਛਦੀ ਹਾਂ ਕਿ hey did you know like this is what's happening ਕਈ ਵਾਰ ਉਹਨਾਂ ਨੂੰ ਨਹੀਂ ਪਤਾ ਹੁੰਦਾ so it kind of sparks a conversation and then also it's a conversation starter because now ਹੁਣ ਉਹਨਾਂ ਨੇ ਇਹ ਪੁੱਛਣਗੇ ਕਿ ਕੀ ਹੋਇਆ ਹਨਾ ਫਿਰ ਮੈਂ ਉਹਨਾਂ ਨੂੰ ਇਹ ਦੱਸ ਸਕਦੀ ਹਾਂ ਕਿ ਮੇਬੀ ਆਹ ਪ੍ਰੋਬਲਮ ਹੈ ਤੇ ਇਹਦਾ ਆਹ ਮੇਬੀ ਸੋਲੂਸ਼ਨ ਹੋ ਸਕਦਾ ਹੈ or maybe they might know somebody that might be able to help with the problem so that's basically the main reason for me to share everything that happens around the world on my platform ਬਿਲਕੁਲ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜੇ ਆਪਣੇ ਕੋਲ ਇੱਕ ਪਲੇਟਫਾਰਮ ਹੈਗਾ ਤਾਂ ਆਪਾਂ ਨੂੰ ਜ਼ਰੂਰ ਉਹਦਾ ਇਸਤੇਮਾਲ ਕਰਨਾ ਚਾਹੀਦਾ ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਤੁਹਾਡੀ ਅਗਲੀ ਫੋਟੋ ਵੀ I'm a Sikh right but like the ਮੇਰੇ friend ਕਈ ਹੈਗੇ ਆ ਉਹ different religions they are and plus ਜਿਹੜੀ country ਵਿੱਚ ਰਹਿੰਦੇ ਆ I think we should embrace whatever is there so it was around Christmas time we went out and we went I think to a bar or something to restaurant to celebrate her birthday so that's where the picture's from ਤੇ ਇਹਦੇ ਨਾਲ ਹੀ ਇੱਕ ਹੋਰ ਵੀ ਫੋਟੋ ਹੈ ਉਹ ਵੀ ਤੁਸੀਂ ਸਾਨੂੰ ਦੱਸੋ ਸੋ ਇਹ ਆਈ ਥਿੰਕ ਜਦੋਂ ਇੱਥੇ ਮੂਵ ਹੋਣ ਤੋਂ ਆਈ ਥਿੰਕ ਪਹਿਲੀ ਵਾਰੀ ਅਸੀਂ ਇੰਡੀਆ ਗਏ ਸੀਗੇ ਐਂਡ ਜਿੱਦਾਂ ਲਾਈਕ ਮੈਂ ਉਦੋਂ ਬਹੁਤ ਛੋਟੀ ਸੀ ਸੋ ਲਾਈਕ ਇੰਨਾ ਨਹੀਂ ਪਤਾ ਰਾਈਟ ਪਰ ਜਿੱਦਾਂ ਮੈਂ ਸੁਣਦੀ ਹੁੰਦੀ ਸੀ ਕਿ ਲਾਈਕ ਹਾਂ ਜਦੋਂ ਐਨੀਮਲਸ ਲਾਈਕ ਉਹ ਲਾਈਕ ਪਾਥੀਆਂ ਬਣਾਉਂਦੇ ਆ ਹਨਾ ਸੋ ਜਦੋਂ ਮੈਂ ਆਪਣੀ ਭੂਆ ਦੇ ਪਿੰਡ ਗਈ ਸੀ ਉਹ ਹਜੇ ਵੀ ਏਦਾਂ ਬਣਾਉਂਦੇ ਆ ਲਾਈਕ ਉਹ ਰਹਿੰਦੇ ਆਈ ਥਿੰਕ ਕੋਟਕਪੂਰਾ ਸਾਈਡ ਤੇ ਉਹਨਾਂ ਦੇ ਘਰ ਦੇ ਪਿੱਛੇ ਏਦਾਂ ਸੀਗਾ ਸੋ ਇਹ ਮੇਰੇ ਕਜ਼ਨ ਹੈ ਇਹ ਬਠਿੰਡੇ ਤੋਂ ਆ ਰਾਈਟ ਸੋ ਮੈਨੂੰ ਇਹ ਵਧੀਆ ਲੱਗਿਆ ਬਿਕਾਜ਼ ਇਟ ਵਾਸ ਸੋ ਡਿਫਰੈਂਟ ਲਾਈਕ ਕਾਫੀ ਟਾਈਮ ਬਾਅਦ ਦੇਖਿਆ ਸੋ ਜੀ ਕਿ ਆਈ ਸ਼ੁਡ ਟੇਕ ਅ ਪਿਕਚਰ ਵਿਦ ਇਟ ਬੇਸਿਕਲੀ ਦੈਟਸ ਦ ਹੋਲ ਸਟੋਰੀ ਇਹਦੇ ਨਾਲ ਹੀ ਆਪਾਂ ਇੱਕ ਦੇਖਦੇ ਹਾਂ ਤੁਹਾਡੀ ਹੋਰ ਫੋਟੋ ਵੀ ਹੈ
ਓ ਹਾਂਜੀ, ਇਹ ਹੈਗਾ ਸੀਗਾ ਤੀਆਂ ਦੇ ਮੇਲੇ ਤੋਂ। ਮੇਰੇ ਫਰੈਂਡ ਲਾਈਕ ਜਦੋਂ ਇਹਨਾਂ ਨੇ ਸ਼ੋਅ ਕੀਤਾ ਸੀਗਾ, ਮੈਨੂੰ ਆਈ ਲਾਈਕ ਗਿਰੀਸ਼ ਸੰਧੂ, ਆਈ ਲਾਈਕ ਹਿਜ਼ ਮਿਊਜ਼ਿਕ, ਸੋ ਆਈ ਵਾਂਟਡ ਟੂ ਮੀਟ ਹਿਮ। ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਲਾਈਕ ਜਦੋਂ ਤੂੰ ਉੱਥੇ ਆਏਂਗੀ ਤੂੰ ਉਹਦੇ ਨਾਲ ਲਾਈਕ ਬੈਕ ਸਟੇਜ ਜਦੋਂ ਇਹਨਾਂ ਨੇ ਪਹਿਲਾਂ ਪਰਫੋਰਮ ਕਰਨ ਤੋਂ ਪਹਿਲਾਂ ਜਿੱਦਾਂ ਟੈਸਟਿੰਗ ਕਰਦੇ ਹੁੰਦੇ ਆ, ਸੋ ਇਹ ਉੱਥੇ ਟੈਸਟਿੰਗ ਵਗੈਰਾ ਕਰਦੇ ਸੀਗੇ। ਸੋ ਦੈਨ ਦੈਟਸ ਵੇਅਰ ਵੀ ਵੈਂਟ ਟੂ ਟੇਕ ਦ ਪਿਕਚਰ ਵਿਦ ਹਿਮ। ਗੈਰੀ ਸੰਧੂ ਦਾ ਗਾਣਾ ਕਿਹੜਾ ਵਧੀਆ ਲੱਗਦਾ ਤੁਹਾਨੂੰ? ਆਈ ਥਿੰਕ ਮੈਨੂੰ ਉਹਦੇ ਸਾਰੇ ਗਾਣੇ ਪਸੰਦ ਆ, ਪਰ ਜਿਹੜਾ ਉਹਦਾ ਗਾਣਾ ਸੀਗਾ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ, ਉਹ ਮੇਰਾ ਸਭ ਤੋਂ ਲਾਈਕ ਫੇਵਰਿਟ Song ਸੀਗਾ ਅਪ ਟੂ ਡੇਟ। ਥੋੜਾ ਗਾ ਕੇ ਦਿਖਾ ਸਕਦੇ ਹੋ ਉਹ ਗਾਣਾ? ਆਈ ਥਿੰਕ ਮੈਨੂੰ ਗਾਣਾ ਨਹੀਂ ਇੰਨਾ ਵਧੀਆ ਹੁੰਦਾ। ਮੇਰੇ ਹਮੇਸ਼ਾ ਫਰੈਂਡ ਮੇਰੀ ਬੇਇੱਜ਼ਤੀ ਕਰਦੇ ਹੁੰਦੇ ਆ, ਲਾਈਕ ਉਹ ਹਮੇਸ਼ਾ ਕਹਿੰਦੇ ਕਿ ਤੂੰ ਰਹਿਣ ਹੀ ਦੇ, ਜੇ ਤੂੰ ਸਿੰਗਰ ਬਣਨਾ ਹੁੰਦਾ ਨਾ, ਜੇ ਤੇਰੀ ਲਾਈਫ ਡਿਪੈਂਡ ਕਰਦੀ ਸਿੰਗਰ ਬਣ ਤੇ, ਤੂੰ ਕਦੇ ਸਿੰਗਰ ਨਹੀਂ ਬਣ ਸਕਦੀ। ਸੋ ਨੋ। ਠੀਕ ਹੈ ਜੀ, ਇਹਦੇ ਨਾਲ ਹੀ ਦੇਖਦੇ ਆਪਾਂ ਅਗਲੀ ਫੋਟੋ ਤੁਹਾਡੀ। ਉਹ ਜਦੋਂ ਗੁਰਦੁਆਰੇ ਆਏ ਸੀਗੇ, ਜਦੋਂ ਗਰੂਮ ਬਾਹਰ ਨਿਕਲਦੇ ਕਾਰ ਵਿੱਚੋਂ, ਐਂਡ ਇਹ ਕਾਰ ਮੈਨੂੰ ਪਸੰਦ ਆ ਉੱਦਾਂ। ਸੋ ਲਾਈਕ ਆਈ ਵਾਂਟ ਟੂ ਟੇਕ ਅ ਬੂਮਰੈਂਗ ਥਿੰਗ ਵਿਦ ਇਟ, ਸੋ ਦੈਟਸ ਬੇਸਿਕਲੀ ਵਾਟ ਇਟ ਇਜ਼, ਵੇਅਰ ਇਟਸ ਫਰੋਮ। ਮੈਂ ਦੇਖਿਆ ਕਿ ਤੁਸੀਂ ਇੱਥੇ ਵੀ ਜਿਹੜੇ ਜ਼ਿਆਦਾ ਆਊਟਫਿਟ ਉਹ ਇੰਡੀਅਨ ਆਊਟਫਿਟ ਹੀ ਪਾ ਰਹੇ ਹੋ ਕਿਸੇ ਵੀ ਇਵੈਂਟ ਤੇ। ਹਾਂਜੀ। ਸੋ ਲਾਈਕ ਪਹਿਲਾਂ ਜਦੋਂ ਲਾਈਕ when I was growing up, ਉਦੋਂ ਲਾਈਕ ਮੈਨੂੰ ਇੰਨਾ ਕਲਚਰ ਦੇ ਨਾਲ I wasn't attached to it, but ਜਿੱਦਾਂ ਲਾਈਕ as you grow up and you see like ਜਿੱਦਾਂ ਸਾਡਾ ਕਲਚਰ ਇਜ਼ ਸੋ ਰਿਚ, ਰਾਈਟ, it has so much history, and ਜੇ ਲਾਈਕ ਅਸੀਂ ਨਹੀਂ ਕਰਦੇ ਤਾਂ ਅਸੀਂ ਯੰਗਰ ਜਨਰੇਸ਼ਨ ਨੂੰ ਕਿੱਦਾਂ ਕਹਿ ਸਕਦੇ ਆ ਕਿ ਤੁਸੀਂ ਵੀ ਸੂਟ ਪਾਓ, ਰਾਈਟ, ਬਿਕਾਜ਼ ਅਸੀਂ ਦੇਖਦੇ ਕਈ ਵਾਰੀ ਜਦੋਂ ਤੁਸੀਂ ਸੂਟ ਪਾਉਂਦੇ ਆ ਉਹ ਪੁੱਛਦਾ ਕਿ ਲਾਈਕ why are you wearing a suit or whatever, then you can talk about your culture like hey this is what my culture is about। ਇਹ ਸਿਰਫ ਆਪਣੇ ਲੋਕਾਂ ਲਈ ਲਿਮਿਟਡ ਨਹੀਂ ਹੈ, ਇਹ ਜਿਹੜੇ ਲੋਕੀ ਸਾਡੇ ਕਲਚਰ ਤੋਂ ਬਾਹਰ ਆ ਉਹਨਾਂ ਲਈ ਵੀ ਇਹ ਕਨਵਰਸੇਸ਼ਨ ਸਪਾਰਕ ਹੁੰਦਾ, ਬਿਕਾਜ਼ ਉਹ ਜਦੋਂ ਸਾਡੇ ਸੂਟ ਦੇਖਦੇ ਆ ਕਈ ਵਾਰੀ ਹੈ ਨਾ, ਜਿੱਦਾਂ ਮਾਡਲਿੰਗ ਵੀ ਅਸੀਂ ਕਰਦੇ ਆ, ਉਹ ਕਈ ਵਾਰੀ ਜਿੱਦਾਂ ਲਾਈਕ ਵੈਡਿੰਗ ਤੋਂ ਬਾਅਦ ਮੇਰੀ ਫਰੈਂਡ ਦੀ ਡੋਲੀ ਤੋਂ ਬਾਅਦ ਅਸੀਂ ਲਾਈਕ ਆਈ ਡੋਨਟ ਨੋ ਕਾਫੀ ਲੈਣ ਚੱਲ ਗਏ, ਪਰ ਉਹ ਗੋਰਿਆਂ ਦੀ ਸ਼ਾਪ ਆ ਨਾ, ਉਹ ਚਾਹੇ ਕਿਸੇ ਹੋਰ ਦੀ ਸ਼ਾਪ ਆ, ਉਹ ਕੰਪਲੀਮੈਂਟ ਕਰਦੇ ਕਿ ਉਹ ਆ ਸੂਟ ਕਿੰਨਾ ਵਧੀਆ ਕਿੱਥੋਂ ਨਾਲ, ਤੋਂ ਕਲਚਰ ਬਾਰੇ ਪੁੱਛਦੇ ਆ ਨਾ। ਸੋ ਆਈ ਥਿੰਕ ਇਟਸ ਅ ਕਨਵਰਸੇਸ਼ਨ ਸਟਾਰਟਰ ਇਨ ਸੋ ਮੈਨੀ ਵੇਜ਼, ਐਂਡ ਇਟਸ ਅ ਗ੍ਰੇਟ ਵੇ ਟੂ embrace your culture, because if we don't do it, who else will do it? ਬਿਲਕੁਲ। ਤੇ ਇਹਦੇ ਨਾਲ ਹੀ ਹੁਣ ਰੈਮਡੀ ਆਪਣਾ ਜਿਹੜਾ BTS ਦਾ ਸੈਗਮੈਂਟ ਹੈ ਇੱਥੇ ਸਮਾਪਤ ਹੁੰਦਾ ਵਾ ਤੇ ਆਪਾਂ ਸ਼ੋਅ ਨੂੰ ਅੱਗੇ ਵਧਾਉਂਦੇ ਆ। ਤੇ ਮੈਂ ਜਿਹੜੀ ਪਹਿਲੀ ਫੋਟੋ ਦੇਖੀ ਸੀ ਥੋੜੀ ਫਾਰਮਰ ਪ੍ਰੋਟੈਸਟ ਦੀ ਸੀਗੀ, ਤੇ ਕਿੰਨਾ ਕੁ ਜੁੜੇ ਹੋ ਤੁਸੀਂ? ਕਿਉਂਕਿ ਮੈਂ ਦੇਖਿਆ ਕਿ ਤੁਸੀਂ ਸ਼ਾਇਦ ਉੱਥੇ ਇੰਡੀਆ ਵੀ ਜਾ ਕੇ ਆਏ ਸੀ। ਨਹੀਂ, ਮੈਂ ਇੰਡੀਆ ਤਾਂ ਨਹੀਂ ਗਈ, ਬਟ ਇੱਥੇ ਜਿੰਨੇ ਵੀ ਆਲਮੋਸਟ ਸਾਰੇ ਪ੍ਰੋਟੈਸਟ ਹੋਏ ਸੀਗੇ, ਮੇਬੀ ਦਾ ਫਰਸਟ 1 2 3 ਜਿਹੜੇ ਪਹਿਲੇ ਸੀਗੇ ਅਸੀਂ ਉਹਨਾਂ ਵਿੱਚ ਮੈਂ ਉਹਦਾ ਵੋਲੰਟੀਅਰ ਕੰਮ ਕੀਤਾ ਸੀਗਾ, ਤੇ ਉਸ ਤੋਂ ਬਾਅਦ ਜਿਹੜੇ ਬਾਕੀ ਸਾਰੇ ਆਲਮੋਸਟ ਪ੍ਰੋਟੈਸਟ ਹੋਏ ਆ ਅਸੀਂ ਆਪ ਹੀ ਆਰਗੇਨਾਈਜ਼ ਕੀਤੇ ਸੀਗੇ, ਕਈ ਹੋਰ ਆਰਗੇਨਾਈਜੇਸ਼ਨਸ ਨਾਲ ਮਿਲ ਕੇ, ਇੱਥੇ ਕਾਫੀ ਹੋਰ ਆਰਗੇਨਾਈਜੇਸ਼ਨਸ ਹੈਗੀਆਂ, ਅਸੀਂ ਉਹਨਾਂ ਨਾਲ ਇਕੱਠੇ ਮਿਲ ਕੇ। ਸੋ ਬੇਸਿਕਲੀ ਵੀ ਸਟਾਰਟਡ ਇਨ ਡਿਸੰਬਰ ਐਂਡ ਵੀ ਜਸਟ ਫਿਨਿਸ਼ ਲਾਈਕ ਰੀਸੈਂਟਲੀ, ਸੋ ਅਸੀਂ ਲਾਈਕ ਆਲਮੋਸਟ 7-8 ਮੰਥਸ ਅਸੀਂ ਇੱਥੇ ਜਿੰਨੇ ਵੀ ਪ੍ਰੋਟੈਸਟ ਹੋਏ ਆ ਮੋਸਟਲੀ ਅਸੀਂ ਉਹਨਾਂ ਵਿੱਚ ਲਾਈਕ ਪਾਰਟ ਸੀਗਾ ਆਰਗੇਨਾਈਜੇਸ਼ਨ ਪਾਰਟ, ਔਰ ਵੀ ਕਾਈਂਡ ਆਫ ਹੈਲਪ them get to where they need to be to kind of do the whole protest thing। 7 ਸਮੁੰਦਰ ਪਾਰ ਰਹਿ ਕੇ ਵੀ ਆਪਦੇ ਮੁਲਕ ਦੀ ਇੰਨੀ ਫਿਕਰ ਕਰਨੀ ਤੇ ਆਪਦੇ ਜਿਹੜੇ ਪਿੱਛੇ ਬਾਬੇ ਦਾਦੇ ਪੜਦਾਦੇ ਜਿਨ੍ਹਾਂ ਦਾ ਵਿਰਾਸਤ ਆ ਉਹਦੇ ਬਾਰੇ ਗੱਲਾਂ ਕਰਨੀਆਂ, ਕਿੱਦਾਂ ਫੀਲ ਹੁੰਦਾ ਸੀ ਇੱਥੇ ਫਿਰ? honestly ਜਦੋਂ ਪਹਿਲਾਂ ਸ਼ੁਰੂ ਹੋਇਆ ਸੀਗਾ ਲਾਈਕ ਜਿੱਦਾਂ obviously ਰਾਈਟ ਵੇ ਨਿਊਜ਼ ਤਾਂ ਸਾਰੇ ਪਾਸੇ ਚੱਲ ਜਾਂਦੀਆਂ, ਰਾਈਟ, ਸੋ ਸਾਨੂੰ ਪਤਾ ਸੀਗਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਪਰ ਉਦੋਂ ਪਹਿਲਾਂ ਮੈਨੂੰ ਇੰਨਾ ਇੰਟਰਸਟ ਨਹੀਂ ਸੀਗਾ, ਪਰ ਜਦੋਂ ਲਾਈਕ ਮੈਂ ਵੋਲੰਟੀਅਰ ਕੀਤਾ, ਲਾਈਕ ਇੰਨੇ ਲੋਕਾਂ ਦੇ ਵਰ ਸੋ ਪੈਸ਼ਨੇਟ, ਜਿੱਦਾਂ ਹੁਣ ਕਈ ਸਟੂਡੈਂਟ ਆਉਂਦੇ ਆ, ਰਾਈਟ, ਉਹਨਾਂ ਦੀ ਫੈਮਿਲੀ ਸਾਰੇ ਲਾਈਕ ਜਿੱਦਾਂ ਉੱਥੇ ਹੁੰਦੇ ਆ, ਉਹ ਗਰੋ ਅਪ ਉੱਥੇ ਕੀਤਾ ਹੁੰਦਾ, ਰਾਈਟ, ਸੋ ਉਹਨਾਂ ਨੂੰ ਤਾਂ ਉਹ ਜ਼ਿਆਦਾ ਕਲਚਰ ਨਾਲ ਇਨਵੋਲਵ ਹੁੰਦੇ ਆ, ਤੇ ਜਦੋਂ ਤੁਸੀਂ ਇਹਨਾਂ ਦਾ ਪੈਸ਼ਨ ਦੇਖਦੇ ਆ ਕਿ ਉਹ ਕਿੰਨੇ ਲਾਈਕ ਪੈਸ਼ਨੇਟ ਆ, ਪਰ ਉਹ ਉੱਥੇ ਜਾ ਨਹੀਂ ਸਕਦੇ ਬਿਕਾਜ਼ obviously ਸਾਰਿਆਂ ਦੀ ਲਿਮਿਟੇਸ਼ਨਸ ਹੁੰਦੀਆਂ, ਕਈਆਂ ਦੇ ਲਾਈਕ ਸਾਰਿਆਂ ਦਾ ਆਪਣਾ ਆਪਣਾ ਹੁੰਦਾ ਜਿੱਥੇ ਨਹੀਂ ਜਾ ਸਕਦੇ ਮੇਬੀ, ਰਾਈਟ। ਸੋ ਫਿਰ ਉਦੋਂ ਇਹ ਜਿੱਦਾਂ ਲਾਈਕ ਅਸੀਂ ਮੈਂ ਆਪਣੀ ਮਾਮ ਨੂੰ ਪੁੱਛਣਾ ਲਾਈਕ ਗੱਲਾਂ ਲਾਈਕ ਫਾਰਮਿੰਗ ਬਾਰੇ ਜੋ ਵੀ ਆ ਨਾ, ਲਾਈਕ ਐਂਡ ਮੇਰੇ ਦਾਦਾ ਜੀ ਮੇਰੇ ਡੈਡੀ ਨੇ ਵੀ ਫਾਰਮਿੰਗ ਕੀਤੀ ਆ, ਮੇਰੇ ਲਾਈਕ ਉਸ ਤੋਂ ਮੇਰੇ ਦਾਦਾ ਜੀ ਦੇ ਡੈਡ ਨੇ ਵੀ ਫਾਰਮਿੰਗ ਕੀਤੀ ਆ, ਸਾਡਾ ਸਾਰਾ ਲਾਈਕ ਲੀਨੇਜ ਹੀ ਫਾਰਮਰਸ ਦਾ ਆ ਨਾ। ਸੋ ਜਿੱਦਾਂ ਅਸੀਂ ਸੋਚੀਏ ਲਾਈਕ ਸਾਰੀ ਜ਼ਮੀਨ ਸਾਡੇ ਕੋਲ ਹਜੇ ਵੀ ਹੈਗੀ ਆ, ਲਾਈਕ ਅੱਧੀ ਲਾਈਕ ਹਾਫ ਮੇਰੇ ਬ੍ਰਦਰ ਦੀ ਜਿੱਦਾਂ ਹਾਫ ਮੇਰੀ ਹੋ ਗਈ, ਰਾਈਟ, ਪਰ ਅਸੀਂ ਤਾਂ ਨਹੀਂ ਬਣਾਈ, ਰਾਈਟ, ਇਹ ਸਾਡੇ ਲਾਈਕ ਫੋਰਫਾਦਰਸ ਨੇ ਬਣਾਈ ਆ, ਤੇ ਜੇ ਅਸੀਂ ਲਾਈਕ ਹਾਂ ਅਸੀਂ ਉਹ ਫਾਰਮਿੰਗ ਨਹੀਂ ਕਰ ਸਕਦੇ ਬਟ ਐਟਲੀਸਟ ਅਸੀਂ ਰੇਜ਼ ਅਵੇਅਰਨੈਸ ਕਰ ਸਕਦੇ ਹਾਂ। ਸੋ ਜੇ ਕੋਈ ਉਹਦੇ ਪਿੱਛੇ ਨਾਲ ਪ੍ਰੋਬਲਮ ਆਉਂਦੀ ਆ, ਜੇ ਕੋਈ ਹੈ ਨਾ ਲਾਈਕ ਜਿਸ ਵੇ ਨਾਲ ਅਸੀਂ ਅਵੇਅਰਨੈਸ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ। ਸੋ ਬੇਸਿਕਲੀ ਲਾਈਕ ਇਟ ਫੈਲਟ ਗ੍ਰੇਟ ਟੂ ਨੋ ਦੈਟ ਆਈ ਕਮ ਫਰਮ ਅ ਫਾਰਮਿੰਗ family, and they worked really hard all their lives to get where they are, so it kind of felt really great kind of doing something for your own community for once। ਬਿਲਕੁਲ। ਰੈਮਡੀ ਕਿਵੇਂ ਦਾ ਫੀਲ ਹੁੰਦਾ ਜਦੋਂ ਤੁਹਾਨੂੰ ਲੱਕੀ ਕਹਿੰਦੇ ਆ ਕਿ ਤੁਸੀਂ ਕਿਸਾਨ ਦੀ ਧੀ ਹੋ, ਜਾਂ ਕਈ ਕਿਸਾਨ ਜਿਹੜੇ ਇੰਡੀਆ ਤੋਂ ਵੀ ਕਹਿੰਦੇ ਆ ਸਾਡੀਆਂ ਧੀਆਂ ਨੇ
ਜੋ ਕਿ ਬਾਹਰ ਬੈਠੀਆਂ ਵੀ ਸਾਡੇ ਲਈ ਫਿਕਰਮੰਦ ਹੁੰਦੀਆਂ? honestly ਬਹੁਤ ਪ੍ਰਾਊਡ ਫੀਲ ਹੁੰਦਾ ਤੇ ਲਾਈਕ ਐਦਾਂ ਫੀਲ ਹੁੰਦਾ ਕਿ ਆਈ ਵਿਸ਼ ਕਿ ਮੈਂ ਉੱਥੇ ਜਾ ਸਕਾਂ ਲਾਈਕ ਜਦੋਂ ਅਸੀਂ ਪਹਿਲਾਂ ਪ੍ਰੋਟੈਸਟ ਸ਼ੁਰੂ ਕੀਤੀ ਸੀ ਮੈਂ ਕਈਆਂ ਨਾਲ ਉੱਥੇ ਗੱਲ ਵੀ ਕੀਤੀ ਆ ਲਾਈਕ ਕਈ ਮੇਰੇ ਜਿੱਦਾਂ ਲਾਈਕ ਫੋਟੋਗ੍ਰਾਫਰ ਫਰੈਂਡਸ ਜਿੱਦਾਂ ਮਿਲੇ ਸੀ ਥਰੂ ਸੋਸ਼ਲ ਮੀਡੀਆ ਹੈ ਨਾ ਜਦੋਂ ਉੱਥੇ ਜਾਂਦੇ ਸੀ ਕਈ ਵਾਰੀ ਸਾਨੂੰ ਲਾਈਵ ਕਰਦੇ ਹੁੰਦੇ ਸੀ ਅਸੀਂ ਉੱਥੇ ਆਂਟੀ ਅੰਕਲ ਨਾਲ ਗੱਲਾਂ ਕਰਦੇ ਸੀ ਉਹਨਾਂ ਨੂੰ ਜਾਣਦੇ ਤਾਂ ਨਹੀਂ ਸੀ ਬਟ ਅਸੀਂ ਉਹਨਾਂ ਨੂੰ ਜਾਣਿਆ ਸੀ ਉਹਨਾਂ ਨਾਲ ਰਿਲੇਸ਼ਨਸ਼ਿਪ ਬਣਾਇਆ ਥਰੂ ਫਾਰਮਰਸ ਪ੍ਰੋਟੈਸਟ ਐਂਡ ਇੰਨਾ ਵਧੀਆ ਫੀਲ ਹੁੰਦਾ ਸੀ ਉਹਨਾਂ ਨਾਲ ਗੱਲਾਂ ਕਰਕੇ ਐਂਡ ਉਹ ਸਾਨੂੰ ਹਮੇਸ਼ਾ ਕਹਿੰਦੇ ਸੀਗੇ ਕਿ ਲਾਈਕ ਥੈਂਕ ਯੂ ਸੋ ਮਚ ਤੁਸੀਂ ਇੰਨੀ ਦੂਰ ਬੈਠੇ ਆ ਤੁਹਾਨੂੰ ਮੇਬੀ ਇੰਨਾ ਕਲਚਰ ਦਾ ਪਤਾ ਵੀ ਨਹੀਂ ਹੋਊਗਾ ਬਟ ਤੁਸੀਂ ਫਿਰ ਵੀ ਕਿੰਨੀ ਟਰਾਈ ਕਰਦੇ ਆ ਕਿ ਸਾਡੇ ਲਈ ਸਾਡੀ ਵੌਇਸ ਬਣਨ ਲਈ ਹੈ ਨਾ ਤੁਸੀਂ ਹੋਰ ਕੰਟਰੀਜ਼ ਵਿੱਚ ਬੈਠ ਕੇ ਉੱਥੇ ਤੁਸੀਂ ਅਵੇਅਰਨੈਸ ਰੇਜ਼ ਕਰਦੇ ਆ ਸੋ it used to feel great knowing that you know these people are watching us. I've been on some panel interviews as well from India ਜਿਹੜੇ ਉੱਥੇ ਵੀ women ਜਿਹੜੇ farmers the protest led ਕੀਤਾ ਸੀ ਕਈ ਜਗ੍ਹਾ ਤੋਂ ਲਾਈਕ ਅੰਮ੍ਰਿਤਸਰ ਤੋਂ ਸੀ ਇੱਕ I think ਇੱਕ ਪਟਿਆਲੇ ਤੋਂ ਸੀ ਆਂਟੀ ਹੈ ਨਾ ਸੋ ਉਹਨਾਂ ਨਾਲ ਵੀ ਅਸੀਂ ਗੱਲਾਂ ਕੀਤੀਆਂ ਤੇ I was the youngest person so like it kind of felt great knowing that you know we're there to help them in any way we can ਹਾਂ ਅਸੀਂ physically ਨਹੀਂ ਉੱਥੇ ਹੈਗੇ but ਅਸੀਂ virtually ਉਹਨਾਂ ਦੀ help ਕਰ ਸਕਦੇ ਜਿੰਨੀ ਵੀ ਕਰ ਸਕੀਏ। ਤੁਹਾਨੂੰ ਪਤਾ ਹੀ ਹੋਏਗਾ ਕਿ ਅੱਜ ਇੰਡੀਆ ਵਿੱਚ ਜਿਹੜਾ ਵਾ ਫਤਿਹ ਹੋ ਚੁੱਕਾ ਵਾ ਕਿਸਾਨ ਮੋਰਚਾ ਕਿਸਾਨ ਜਿਹੜੀ ਸਰਕਾਰ ਨੇ ਮੰਗਾਂ ਵੀ ਮੰਨ ਲਈਆਂ ਨੇ। ਯੈਸ it feels amazing to be honest so ਪਹਿਲਾਂ ਜਦੋਂ ਪਹਿਲੀ ਨਿਊਜ਼ ਸੁਣੀ ਸੀ ਜਦੋਂ ਮੋਦੀ ਨੇ ਕਿਹਾ ਸੀਗਾ ਕਿ ਹਾਂ ਲਾਈਕ ਆਮ ਗੋਇੰ ਟੂ ਟੇਕ ਦ ਬਿਲਸ ਬੈਕ ਲਾਈਕ ਆਈ ਥਿੰਕ ਇੱਥੇ ਆਲਮੋਸਟ ਲਾਈਕ 12:30 ਹੋਏ ਸੀਗੇ ਰਾਤ ਦੇ ਹਨਾ ਸੋ ਲਾਈਕ I was so happy like I started crying because you know like emotionally we're so involved in this because sada vi like we had to obviously do a lot of hard work when it comes to the protest and everything hana like ਅਸੀਂ ਕੱਲੇ ਨਹੀਂ ਜਿੰਨੇ ਵੀ ਹੋਰ ਸਾਡੇ ਨਾਲ ਸਾਰੇ ਲੋਕੀ ਉੱਥੇ ਆਉਂਦੇ ਸੀ ਜੁਆਇਨ ਕਰਦੇ ਸੀਗੇ ਹਨਾ like they all put their hard work in and it felt great that finally it was recognized by the government ਅਸੀਂ ਬਹੁਤ ਵਾਰੀ ਇਹ ਸੁਣਿਆ ਸੀ like comment ਵੀ ਕਈ ਵਾਰੀ ਆਨਲਾਈਨ ਹੁੰਦੀ ਸੀ ਇਹ ਤਾਂ ਵਿਲੇ ਆ ਲਾਈਕ ਉਹ ਐਵੇਂ ਕਰੀ ਜਾਂਦੇ ਆ ਕੁਛ ਹੋਣਾ ਤਾਂ ਹੈ ਨਹੀਂ ਦੱਸਣ ਦਾ ਲਾਈਕ ਤੁਸੀਂ ਆਪਣਾ ਟਾਈਮ ਵੇਸਟ ਕਰੀ ਜਾਂਦੇ ਆ ਰਾਈਟ but like yeah it used to hurt when people used to say that but ਜਦੋਂ finally ਇਹ ਸਾਰਾ ਕੁਛ like finish ਹੋਇਆ like I was so happy I cried and I met so many like amazing people throughout social media because of the farmers protest kai US based like sab to vada basic expo I kind of like you know built that connection with them through farmers protest kai hor bhi hage like mere friend jehde UK vich rehnde a like hon friends bane farmers protest de through so like ਅਸੀਂ ਕਿੰਨੇ ਲੋਕਾਂ ਨੂੰ ਜਾਣਨ ਲੱਗੇ ਆ because of that so like I'm so happy that these people are finally going home hopefully like you know condition in Punjab will get better eventually right ਇਹ ਤਾਂ ਪਹਿਲਾ step ਆ revolution ਦਾ ਕਹਿੰਦੇ ਆ ਕਿ ਤੁਹਾਨੂੰ ਕਦੇ ਨਾ ਕਿਤੋਂ ਨਾ ਕਿਤੋਂ start ਕਰਨਾ ਪਊਗਾ right so ਇਹਨਾਂ ਲੋਕਾਂ ਨੇ start ਕੀਤਾ so hoping ਜੋ ਵੀ ਅੱਗੇ ਆ like ਜੋ ਵੀ ਸਾਡੇ ਅੱਗੇ maybe ਸਾਨੂੰ better like they can make it better for Punjab farming farmers everything hoping they continue the fight and then you know get it at a better position where we can say like you know we're finally proud of whatever we did in 2021 it led to a very successful like whole century and I don't know it can go for a whole for like a lot of generations going forward right so I think is also farmers protest ne kinne loਕਾਂ ਨੂੰ inspire ਵੀ ਕੀਤਾ ਜਿਹੜੇ like maybe ਇੱਥੇ ਆਉਣਾ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਪਤਾ ਕਿ ਕਿੰਨਾ like what's the word that I'm looking for ਕਿ ਕਿੰਨੀ ਇੰਪੋਰਟੈਂਸ ਆ ਫਾਰਮਿੰਗ ਦੀ ਉਹਨਾਂ ਦੀ ਲਾਈਫ ਵਿੱਚ ਬਿਕਾਜ਼ ਜੇ ਫਾਰਮਿੰਗ ਨਹੀਂ ਹੋਗੀ ਤਾਂ ਉਹਨਾਂ ਦੀ ਇਨਕਮ ਕਿੱਥੋਂ ਆਊਗੀ ਰਾਈਟ ਸੋ ਆਈ ਥਿੰਕ ਇਟ ਮੇਡ ਅ ਲੋਟ ਆਫ ਪੀਪਲ be thankful for the farms and the land that they have that was acquired by like obviously their forefathers and their fathers and families ਬਹੁਤ ਵਧੀਆ ਗੱਲ ਕੀਤੀ ਕਿ ਤੁਸੀਂ ਆਪਾਂ ਨੂੰ ਸਾਰਿਆਂ ਨੂੰ ਹੁਣ ਜਾਗਰੂਕ ਹੋ ਹੀ ਗਏ ਆ ਜਿੱਥੇ ਗੱਲ ਕਰੀਏ ਕਿ ਸਾਰੇ ਅਵੇਅਰ ਸੀਗੇ ਤੇ ਹੁਣ ਆਪਾਂ ਥੋੜਾ ਅੱਗੇ ਵਧਦੇ ਹਾਂ ਕਿ ਇੱਕ ਜੇ ਗੱਲ ਕਰੀਏ ਕਿ ਤੁਸੀਂ ਐਕਟਰਸ ਵੀ ਹੋ ਮਾਡਲ ਵੀ ਹੋ ਤੇ ਫੈਸ਼ਨ ਮਾਡਲ ਵੀ ਹੋ ਤੇ ਕਿਹੜਾ ਸਭ ਤੋਂ ਔਖਾ ਲੱਗਿਆ ਤੁਹਾਨੂੰ ਮੈਨੂੰ ਸਭ ਤੋਂ ਔਖਾ ਲੱਗਦਾ ਔਰ ਲੱਗਿਆ ਮੇਬੀ ਜਦੋਂ ਲਾਈਕ ਕੋਈ ਮੂਵੀ ਫੋਰ ਐਗਜ਼ਾਮਪਲ ਮੈਂ ਦੋ ਜਿੱਦਾਂ ਲਾਈਕ ਇਹਦਾ ਮੂਵੀ ਵਰਗਾ ਕੀਤਾ ਇੱਕ ਆਵਾ ਉਤ ਵਿੱਚ ਕੀਤਾ ਸੀਗਾ ਉਹ ਥੋੜਾ ਔਖਾ ਲੱਗਿਆ ਬਿਕੋਜ਼ ਉਹ ਪੂਰੀ ਪੰਜਾਬੀ ਵਿੱਚ ਸੀਗਾ ਐਂਡ ਤੁਹਾਨੂੰ ਲਾਈਕ ਜਿੱਦਾਂ ਅਸੀਂ ਵੀਡੀਓ ਬਣਾਉਂਦੇ ਹਾਂ ਉਹ ਤਾਂ ਅਸੀਂ ਸਟਾਪ ਕਰਕੇ ਫਿਰ ਦੁਬਾਰਾ ਔਰ ਜੋ ਵੀ ਅਸੀਂ ਆਪ ਬਣਾਉਂਦੇ ਹਾਂ ਨਾ ਪਰ ਜਦੋਂ ਤੁਹਾਡੇ ਅੱਗੇ ਇੰਨੇ ਸਾਰੀ ਪ੍ਰੋਡਕਸ਼ਨ ਹੁੰਦੀ ਆ ਐਂਡ ਉਹ ਤੁਹਾਨੂੰ ਲਾਈਨਸ ਦਿੰਦੇ ਆ ਤੁਹਾਨੂੰ ਮੇਕ ਸ਼ੋਰ ਕਰਨਾ ਪੈਂਦਾ ਕਿ ਲਾਈਕ ਯੂ ਨੋ ਰਿਮੈਂਬਰ ਐਵਰੀਥਿੰਗ ਦੈਟ ਦੇਰ ਸੇਇੰਗ ਇੱਕ ਹੋਰ ਜਿੱਦਾਂ ਉਹਨਾਂ ਨੇ ਸਮਾਲ ਲਾਈਕ ਪ੍ਰੋਜੈਕਟ ਕੀਤਾ ਸੀਗਾ ਉਹ ਵੀ ਮੈਨੂੰ ਬਹੁਤ ਔਖਾ ਲੱਗਿਆ ਬਿਕੋਜ਼ ਕਈ ਲਾਈਨਸ ਲਾਈਕ ਇਟ ਵਾਸ ਸੋ ਹਾਰਡ ਟੂ ਲਾਈਕ ਰਿਮੈਂਬਰ ਆਲ ਦ ਲਾਈਨਸ ਸੋ ਆਈ ਥਿੰਕ ਉਹ ਸਭ ਤੋਂ ਮੈਨੂੰ ਔਖਾ ਲੱਗਦਾ ਬਟ ਸੌਂਗਸ ਔਰ ਮਾਡਲਿੰਗ ਇਨ ਜਨਰਲ ਲਾਈਕ ਫੈਸ਼ਨ ਮਾਡਲਿੰਗ ਆਈ ਜਸਟ ਫਾਈਂਡ ਇਟ ਸੋ ਈਜ਼ੀ ਲਾਈਕ ਮੈਨੂੰ ਤੁਸੀਂ ਇੱਕ ਵਾਰੀ ਦੱਸ ਦਿਓ ਕੀ ਕਰਨਾ ਲਾਈਕ ਮੈਨੂੰ ਤੁਹਾਨੂੰ ਦੁਬਾਰਾ ਨਹੀਂ ਕਹਿਣਾ ਪਊਗਾ ਲਾਈਕ ਆਈ ਕੈਨ ਜਸਟ ਫਿਨਿਸ਼ ਇਟ ਲਾਈਕ ਵਨ ਗੋ ਤੇ ਕਦੋਂ ਸੋਚਿਆ ਕਿ ਤੁਸੀਂ ਮਾਡਲ ਬਣਨਾ ਜਾਂ ਐਕਟਰਸ ਬਣਨਾ ਕੀ ਇਹ ਸੁਪਨਾ ਛੋਟੇ ਹੁੰਦੇ ਸੀ ਕਿ ਵੱਡੇ ਹੋ ਕੇ ਬਣਿਆ ਸੁਪਨਾ
ਐਕਚੁਅਲੀ ਇਹ ਜਦੋਂ ਲਾਈਕ ਮੈਂ ਅਸੀਂ ਵਾਈਨਸ ਬਣਾਉਂਦੇ ਹੁੰਦੇ ਸੀਗੇ ਹੈ ਨਾ ਆਲਮੋਸਟ ਉਦੋਂ ਹੀ ਟਾਈਮ ਤੇ ਲਾਈਕ ਮੈਨੂੰ ਅੱਜ ਦਾ ਆਫਰ ਆਉਂਦੇ ਸੀਗੇ ਲਾਈਕ ਉਹ ਯੂ ਵਾਂਟ ਟੂ ਡੂ ਮਾਡਲਿੰਗ ਫॉर ਅਸ। ਮੈਂ 1-2 ਵਾਰੀ ਕੀਤੀ ਹੈ ਨਾ, ਮੈਨੂੰ ਬਹੁਤ ਵਧੀਆ ਲੱਗਿਆ। ਸੋ ਉਸ ਤੋਂ ਬਾਅਦ ਕਦੇ ਸਟਾਪ ਹੀ ਨਹੀਂ ਹੋਇਆ। ਫਿਰ ਕਦੇ ਇੱਥੇ ਮਾਡਲਿੰਗ ਕੀਤੀ, ਫਿਰ ਅਸੀਂ ਵੀਡੀਓਜ਼ ਬਣਾਉਂਦੇ ਹੁੰਦੇ ਸੀਗੇ ਐਂਡ ਫਿਰ ਇਸ ਤੋਂ like through that like मैं कई लोगों ने मिली, फिर उन्होंने मैनू approach करना like okay we want to take you for a song, we want to like do modeling shoots. I've done so many shoots, so I think it just never stopped after that. So it's something now, it's become a passion. Like मैनू like मेरी 9 to 5 job भी हैगी आ, like full time I'm a I have a full time job and इस side ते like side hustle ਤੁਸੀਂ ਕਹਿ ਸਕਦੇ ਆ or side passion ਕਿ ਜਦੋਂ ਲਾਈਕ ਯੂ نو ਜਦੋਂ ਸਟ੍ਰੈਸ ਨੂੰ ਅਲੀਵੀਏਟ ਕਰਨਾ ਹੁੰਦਾ I do modeling shoots and it makes me really happy, so it's kind of like my passion now. ਜਿਵੇਂ ਤੁਸੀਂ ਗੱਲ ਕੀਤਾ ਕਿ ਇੱਕ ਤੁਹਾਡੀ ਪੈਸ਼ਨ ਕਹਿ ਲਈਏ ਜਾਂ ਤੁਹਾਡਾ ਇੱਕ ਸ਼ੌਂਕ ਆ, ਤੇ ਕਦੋਂ ਤੁਹਾਨੂੰ ਜਿਵੇਂ ਹਰੇਕ ਬੱਚੇ ਦਾ ਇੱਕ ਛੋਟੇ ਹੁੰਦੇ ਸੁਪਨਾ ਵਾ, ਤੇ ਤੁਹਾਡਾ ਸੁਪਨਾ ਕੀ ਸੀਗਾ ਕਿ ਮੈਂ ਵੱਡੇ ਹੋ ਕੇ ਕੀ ਕਰਨਾ ਵਾ? ਮੇਰਾ ਸੁਪਨਾ ਸੀਗਾ ਕਿ ਮੈਂ ਡਾਕਟਰ ਬਣਨਾ ਆ, ਬਟ ਜਦੋਂ ਮੈਂ ਵੱਡੀ ਹੋ ਕੇ ਜਦੋਂ ਬਲੱਡ ਦੇਖਣਾ I was like oh my god I can't do it. And ਉਸ ਤੋਂ ਬਾਅਦ like ਮੈਂ ਹਮੇਸ਼ਾ ਤੋਂ funny ਸੀਗੀ. I think I was always funny. My family told me I was funny. My friends always told me I was funny. So I think ਮੇਰੀ ਜਿਹੜੀ calling ਸੀਗੀ it was always like being that funny person throughout. So like ਜਦੋਂ like slowly I was like 18-19 I kind of like aspired to be someone that makes people laugh basically. So that's where it comes from. ਤੇ ਜੇ ਗੱਲ ਕਰੀਏ ਕਿ ਹੁਣ ਤੁਸੀਂ ਬੜੇ ਫੇਮਸ ਵੀ ਹੋ, ਤੇ ਕਦੇ ਇਦਾਂ ਹੋਇਆ ਕਿ ਤੁਸੀਂ ਕਿਸੇ ਰੈਸਟੋਰੈਂਟ ਤੇ ਗਏ ਜਾਂ ਕਿਸੇ ਆਪਾਂ ਬਾਰ 'ਚ ਗਏ ਜਾਂ ਕਿਤੇ ਵੀ ਗਏ ਘੁੰਮਣ ਫਿਰਨ ਜਾਂ ਗੁਰਦੁਆਰੇ ਗਏ, ਤੁਹਾਨੂੰ ਲੋਕ ਜਾਣਨ ਲੱਗ ਗਏ ਆ ਤੇ ਉਹ ਕਹਿੰਦੇ ਆ ਕਿ ਹਾਂਜੀ ਤੁਹਾਡੇ ਨਾਲ ਤੁਹਾਨੂੰ ਟੀਵੀ ਤੇ ਦੇਖਿਆ ਸੀ ਜਾਂ ਤੁਹਾਡੇ ਨਾਲ ਸੈਲਫੀਆਂ ਲੈਂਦੇ ਆ? ਹਾਂਜੀ ਹੁੰਦਾ ਆ ਲਾਈਕ ਮੋਸਟਲੀ ਸੈਲਫੀਜ਼ ਦਾ ਘੱਟ ਹੁੰਦਾ ਆ, ਬਟ ਲਾਈਕ ਜਦੋਂ ਕਿਸੇ ਅਸੀਂ ਲੋਕਾਂ ਨੂੰ ਬਾਹਰ ਮਿਲਦੇ ਕਈ ਵਾਰੀ ਲਾਈਕ ਕੋਈ ਮੁੰਡਾ ਹੁੰਦਾ ਆ ਲਾਈਕ ਉਹ ਕਈ ਵਾਰੀ ਅਪਰੋਚ ਨਹੀਂ ਕਰਦੇ ਆਬਵੀਅਸਲੀ ਯੂ نو ਇਟਸ ਅ ਰਿਸਪੈਕਟ ਥਿੰਗ. ਦੇ ਮਾਈਟ ਮੈਸੇਜ ਮੀ ਔਨ ਦ ਸਾਈਡ ਸਮਟਾਈਮਸ ਸੇਇੰਗ ਮੈਂ ਤੁਹਾਨੂੰ ਉੱਥੇ ਦੇਖਿਆ ਸੀਗਾ ਔਰ ਲਾਈਕ ਅਸੀਂ ਤੁਹਾਨੂੰ ਉੱਥੇ ਦੇਖਿਆ ਸੀ. ਬਟ ਜਿੱਦਾਂ ਲਾਈਕ ਕਈ ਵਾਰੀ ਲਾਈਕ ਇਵਨ ਆਂਟੀਜ਼ ਸਮਟਾਈਮਸ ਲਾਈਕ ਗੋਇੰਗ ਟੂ ਦ ਗੁਰਦੁਆਰਾ ਔਰ ਲਾਈਕ ਸਮਵਨ ਦੈਟ ਆਈ ਮੈਟ ਥਰੂ ਸਮਬਡੀ ਦੇ ਲਾਈਕ ਉਹ ਮੈਂ ਤੈਨੂੰ ਇਸ ਟੀਵੀ ਤੇ ਦੇਖਿਆ ਸੀਗਾ ਔਰ ਅਸੀਂ ਤੈਨੂੰ ਫਾਰਮਰਸ ਪ੍ਰੋਟੈਸਟ ਤੇ ਦੇਖਿਆ ਸੀਗਾ ਐਂਡ ਲਾਈਕ ਕੋਈ ਨਾ ਕੋਈ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਲਾਈਕ ਜਾਣਦਾ ਹੁੰਦਾ. ਸੋ ਲਾਈਕ ਸਮਟਾਈਮਸ I meet like girls saying oh I know who you are, I love your content, I love the way you do things. And yeah basically that's what it sometimes random messages ਆਉਂਦੇ ਆ ਹਨਾ ਕਿ ਲਾਈਕ ਉਹ ਮੈਂ ਤੁਹਾਨੂੰ ਉੱਥੇ ਦੇਖਿਆ ਸੀਗਾ ਔਰ ਕਈ ਵਾਰੀ ਜਦੋਂ farmers protest ਤੇ ਵੀ ਕਈ ਵਾਰੀ ਲੋਕੀ ਮਿਲਦੇ ਕਹਿੰਦੇ oh I know who you are and I love what you do. So like it's kind of like a great feeling knowing that like people know you for like who you are. Like it's not like it's my fake personality, it's just who I am. Real life or real life it's the same for me for both. ਹੁਣ ਰੈਮਡੀ ਆਪਾਂ ਜਿਹੜਾ ਸ਼ੋਅ ਨੂੰ ਅਗਲੇ ਸੈਗਮੈਂਟ ਵੱਲ ਲੈ ਕੇ ਜਾਂਦੇ ਹਾਂ ਜਿਹਦਾ ਨਾਮ ਹੈਗਾ ਵਾ ਹਾਂ ਤੇ ਨਾ. ਤੁਸੀਂ ਸੋਸ਼ਲ ਮੀਡੀਆ ਤੋਂ ਬਿਨਾਂ ਇੱਕ ਦਿਨ ਰਹਿ ਸਕਦੇ ਹੋ? ਨਹੀਂ no way. ਮੈਨੂੰ ਉੱਠਣਾ ਤੇ ਸੌਣਾ ਸੋਸ਼ਲ ਮੀਡੀਆ ਬਿਨਾਂ ਨਹੀਂ ਹੁੰਦਾ. ਤੇ ਕਹਿੰਦੇ ਆ ਕਿ ਕੁੜੀਆਂ ਦੀ ਜਿਹੜੀ ਸਿਕਸ ਸੈਂਸ ਹੁੰਦੀ ਆ ਉਹ ਸਾਹਮਣੇ ਵਾਲੇ ਨੂੰ ਜੱਜ ਕਰ ਲੈਂਦੀ ਆ, ਉਹ ਸਾਹਮਣੇ ਜੋ ਵੀ ਹੋ ਰਿਹਾ ਹੁੰਦਾ ਉਹਦੇ ਇੰਟੈਂਸ਼ਨ ਨੂੰ ਵੀ ਜੱਜ ਕਰ ਸਕਦੀਆਂ, ਇਹ ਸੱਚ ਹੈ? Yes, it bilkul sacha. Especially like this industry like music industry or like even modeling industry is so male dominated and you meet so many people like ਜੋ ਤੁਸੀਂ almost ਮਿਲਦੇ ਆ like ਤੁਹਾਨੂੰ ਪਤਾ ਉਹਦਾ ਲੱਗ ਹੀ ਜਾਂਦਾ ਕਿ like ਉਹਨਾਂ ਦੀ intentions ਕੀ ਆ ਔਰ ਉਹਦਾ ਵੀ ਤੁਸੀਂ real life ਵਿੱਚ ਕਿਸੇ ਨੂੰ ਮਿਲਦੇ ਆ like you will know what their intentions are like right away for sure. and ਕੁੜੀਆਂ ਤਾਂ ਉਹਦਾ ਵੀ smart ਹੁੰਦੀਆਂ so yes. ਕਈ ਵਾਰ ਇਦਾਂ ਹੋਇਆ ਕਿ ਤੁਸੀਂ ਪੂਰੇ ਭੁੱਖੇ ਸੀਗੇ ਤੇ ਤੁਹਾਨੂੰ ਖਾਣ ਦਾ ਵੀ ਬੜਾ ਸ਼ੌਂਕ ਹੁੰਦਾ ਵਾ, ਜਾਂ ਆਪਾਂ ਪੰਜਾਬੀਆਂ ਨੂੰ ਅਕਸਰ ਸ਼ੌਂਕ ਆ ਖਾਣ ਦਾ ਬਹੁਤ ਜ਼ਿਆਦਾ, ਤੇ ਖਾ ਲਿਆ ਹੋਵੇ ਬਾਅਦ 'ਚ ਕਿਹਾ ਹੋਵੇ ਨਹੀਂ ਯਾਰ ਗਲਤੀ ਹੋ ਗਈ ਨਹੀਂ ਖਾਣਾ ਚਾਹੀਦਾ ਸੀ, ਹੁਣ ਮੈਂ ਮੋਟਾ ਹੋ ਜਾਊਂਗਾ ਜਾਂ ਮੈਂ ਡਾਈਟਿੰਗ ਕਰ ਰਹੀ ਹਾਂ ਜਾਂ ਇੱਦਾਂ ਕੁਛ? So it's a funny thing for me. I never really eat like oily foods. ਮੈਂ ਕਦੇ oily food ਮੈਨੂੰ ਉਦਾਂ ਨਹੀਂ ਪਸੰਦ ਹੈ ਕਿ ਜਿੱਦਾਂ ਪਰੌਂਠੇ ਵਗੈਰਾ ਵੀ ਮੈਨੂੰ ਇੰਨੇ ਨਹੀਂ ਪਸੰਦ. I'm like a salad type of person. ਜਦੋਂ ਮੈਂ ਕਿਤੇ ਬਾਹਰ ਜਾਂਦੀ ਹਾਂ ਨਾ ਮੇਰੇ ਫਰੈਂਡ ਹਮੇਸ਼ਾ ਮੇਰੇ ਜੋਕ ਉਡਾਉਂਦੇ ਆ ਕਿ ਲਾਈਕ ਉਹ ਤੂੰ ਰੈਬਿਟ ਵਾਂਗੂ ਖਾਂਦੀ ਆ, ਲਾਈਕ ਹਮੇਸ਼ਾ ਤੂੰ ਲਾਈਕ ਕਾਫੂਸ ਖਾਂਦੀ ਆ. ਜਦੋਂ ਮੈਂ ਇੰਡੀਆ ਗਈ ਸੀ ਮੇਰੇ ਕਜ਼ਨ ਨੇ ਕਹਿਣਾ ਤੂੰ ਕਾਫੂਸ ਹੀ ਖਾਂਦੀ ਰਹਿੰਦੀ ਆ, ਲਾਈਕ ਕੁਛ ਵਧੀਆ ਖਾ ਲਿਆ ਕਰ. ਬਟ ਮੈਨੂੰ oily ਚੀਜ਼ਾਂ ਉਦਾਂ ਵੀ ਨਹੀਂ ਪਸੰਦ. ਮੈਨੂੰ ਹਮੇਸ਼ਾ ਲਾਈਕ ਇਹੀ ਹੁੰਦਾ ਕਿ you know to maintain my diet, maintain my physical image and everything, because I guess like it just comes with it because I've always been like that, you know. So I work out a lot, so ਜਿੱਦਾਂ like ਤੁਹਾਡੀ body like almost ਉਦਾਂ ਦੀ ਬਣ ਜਾਂਦੀ, ਤੁਹਾਡੀ habit ਉਦਾਂ ਦੀ ਬਣ ਜਾਂਦੀ. ਮੈਨੂੰ ਕਦੇ ਏਦਾਂ ਹੋਇਆ ਨਹੀਂ, ਪਰ ਹਾਂ ਇੱਕ ਦੋ ਵਾਰੀ ਜਦੋਂ ਕਿਸੇ ਫੈਮਿਲੀ ਦੇ ਘਰੇ ਜਾਣਾ ਉਹਨਾਂ ਨੇ ਫੋਰਸ ਕਰਕੇ like ਉਹ ਅਸੀਂ ਆਲੂ ਪਰੌਂਠੇ ਬਣਾਏ or something, ਫੇਰ ਖਾ ਕੇ ਬਾਅਦ ਚ oh my god ਨੀਂਦ ਆਉਣ ਲੱਗ ਜਾਂਦੀ ਹੈ ਕਿ like shit ਮੈਂ I wish I didn't eat it but it's so good, you keep eating and then you kind of regret it after. So ਕਦੇ ਕਦੇ ਹਾਂ ਏਦਾਂ ਹੋ ਜਾਂਦਾ but ਜ਼ਿਆਦਾ ਨਹੀਂ.
ਆਲੂ ਵਾਲੇ ਪਰੌਂਠੇ ਮੈਨੂੰ ਲੱਗਦਾ ਨਾ ਪੰਜਾਬੀਆਂ ਦੇ ਸਭ ਤੋਂ ਫੇਵਰੇਟ ਭਟੂਰੇ ਛੋਲੇ ਆ ਆਲੂ ਵਾਲੇ ਪਰੌਂਠੇ ਇਹ ਐਵਰੀ ਸੰਡੇ ਤਕਰੀਬਨ ਹਰੇਕ ਘਰ 'ਚ ਪਰੌਂਠੇ ਬਣਦੇ ਹੀ ਬਣਦੇ ਆ ਯੈਸ ਐਗਜ਼ੈਕਟਲੀ ਤੇ ਜੇ ਰੈਮਡੀ ਤੁਹਾਡੀ ਇੱਕ ਇਮੇਜ ਆ ਕਿ ਤੁਸੀਂ ਬੜੇ ਗੁੱਸੇ ਵਾਲੇ ਹੋ ਕਦੇ ਰੀਅਲ ਲਾਈਫ 'ਚ ਤੁਸੀਂ ਕਿਸੇ ਦਾ ਥੱਪੜ ਮਾਰਿਆ ਹਾਂ ਲਾਈਕ ਕਈ ਵਾਰੀ ਫਾਈਟ ਵੀ ਬਹੁਤ ਵਾਰੀ ਕੀਤੀ ਆ ਲਾਈਕ ਹਾਂ ਮੈਂ ਉਦੋਂ ਸੱਚੀ ਲਾਈਕ ਮੇਰੀ ਇਮੇਜ ਵੀ ਲਾਈਕ ਕਈ ਵਾਰੀ ਸੌਂਗਸ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਜ਼ਿਆਦਾਤਰ ਮੈਨੂੰ ਉਦੋਂ ਦਾ ਹੀ ਰੋਲ ਮਿਲਦਾ ਲਾਈਕ ਯੂ نو ਲਾਈਕ the angry the villain type of role ਹਮੇਸ਼ਾ ਮੈਨੂੰ ਇਦਾਂ ਦੇ ਹੀ ਰੋਲ ਮਿਲਦੇ ਹੁੰਦੇ ਆ ਨਾ ਐਂਡ ਮੇਰੇ ਫਰੈਂਡ ਕਹਿੰਦੇ ਕਿ ਬਿਕਾਜ਼ ਇਹ ਤੇਰੀ ਪਰਸਨੈਲਿਟੀ ਨੂੰ ਲਾਈਕ ਬਹੁਤ ਲਾਈਕ ਯੂ نو ਲਾਈਕ ਸੂਟ ਕਰਦੇ ਆ ਬਟ ਲਾਈਕ I'm a happy person as well but ਜਦੋਂ ਮੈਨੂੰ ਗੁੱਸਾ ਆਉਂਦਾ ਫਿਰ ਹਾਂ ਕਦੇ ਕਦੇ ਫਾਈਟ ਵੀ ਹੋ ਜਾਂਦੀ ਹੈ ਪਰ I think ਬਹੁਤ ਟਾਈਮ ਹੋ ਗਿਆ ਦਾ ਕਿਸੇ ਥੱਪੜ ਥੁੱਪੜ ਤਾਂ ਨਹੀਂ ਮਾਰਿਆ ਬਟ ਹਾਂ ਉਦਾਂ ਲਾਈਕ ਗਾਲਾਂ ਗੂਲਾਂ ਕੱਢ ਦੇਈਆਂ ਕਦੇ ਕਦੇ but yeah that's about it ਤੇ ਕਦੇ ਇਦਾਂ ਹੋਇਆ ਕਿ ਬਚਪਨ 'ਚ ਦੁਬਾਰਾ ਜਾਣ ਦੀ ਇੱਛਾ ਹੋਵੇ ਕਿ ਮੈਂ ਬਚਪਨ 'ਚ ਵਾਪਸ ਰਿਵਾਈਂਡ ਬੈਕ ਜਾਵਾਂ ਆਪਦੀ ਲਾਈਫ ਨੂੰ ਇੰਜੋਏ ਕਰਾਂ honestly I would say like it's been pretty laid back for me ਜਿੱਦਾਂ ਮੇਰੀ like family ਬਹੁਤ understanding ਆ ਕਦੇ ਉਹਨਾਂ ਨੇ ਕਿਸੇ ਗੱਲ ਤੋਂ ਰੋਕਿਆ ਨਹੀਂ like ਜੋ ਅਸੀਂ ਕਰਨਾ ਚਾਹੁੰਦੇ ਅਸੀਂ ਕਰ ਸਕਦੇ ਹਾਂ right as long as obviously ਜਿੱਦਾਂ ਅਸੀਂ family ਦੀ respect ਨੂੰ like obviously you know keep it in mind ਉਹਨਾਂ ਨੇ ਕਦੇ ਰੋਕਿਆ ਨਹੀਂ ਜੋ ਵੀ ਕਰਨਾ full freedom so like ਮੈਨੂੰ ਕਦੇ ਏਦਾਂ ਲੱਗਿਆ ਨਹੀਂ ਮੈਨੂੰ ਇਹ ਹੁੰਦਾ ਕਿ like I wish ਕਿ like I started working sooner right so that way like I wish like by the time like I'm a certain age I'm like a millionaire or something but that's about it other than that I think you know I'm glad where I am right now ਕਈ ਲੋਕਾਂ ਦਾ ਇਹ ਵੀ ਕਹਿਣਾ ਕਿ ਕੈਨੇਡੀਅਨਸ ਦੀ ਤਾਂ ਐਸ਼ ਹੀ ਐਸ਼ ਆ ਇਹ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਹਾਂਜੀ ਕਈ ਲੋਕਾਂ ਦਾ ਕਹਿਣਾ ਵਾ ਜਿਹੜੇ ਕੈਨੇਡੀਅਨਸ ਹੁੰਦੇ ਆ ਕਿ ਇੰਡੀਆ ਵਾਲੇ ਕਹਿੰਦੇ ਆ ਕਿ ਕੈਨੇਡੀਅਨਸ ਦੀ ਤਾਂ ਐਸ਼ ਹੀ ਐਸ਼ ਆ I mean depend ਕਰਦਾ ਹੈ ਨਾ ਜਿੱਦਾਂ ਲਾਈਕ ਕਈ ਲੋਕਾਂ ਨੂੰ ਕੰਮ ਕਰਨਾ ਨਹੀਂ ਪਸੰਦ ਹੁਣ ਕਈ ਲਾਈਕ ਆਲਮੋਸਟ ਇੱਥੇ ਲਾਈਫ ਇਹ ਆ ਕਿ ਚਾਹੇ ਤੁਸੀਂ ਲਾਈਕ ਯੂ نو ਇਫ ਯੂ ਆਰ ਵੂਮਨ ਔਰ ਇਵਨ ਲਾਈਕ the minute you turn 18 ਲਾਈਕ ਤੁਹਾਨੂੰ ਇਹ ਹੁੰਦਾ ਕਿ ਅਸੀਂ ਕੰਮ ਲੱਭੀਏ ਔਰ 16 ਲਾਈਕ ਆਲਮੋਸਟ 16 17 ਤੁਹਾਨੂੰ ਹੁੰਦਾ ਕਿ ਅਸੀਂ ਕੰਮ ਲੱਭੀਏ ਹਨਾ ਲਾਈਕ ਜਦੋਂ ਅਸੀਂ ਇੰਡੀਆ ਜਾਂਦੇ ਆ ਲਾਈਕ everyone is just like especially ਪਿੰਡਾਂ ਵਿੱਚ ਲਾਈਕ ਇਟਸ such a good vibe ਲਾਈਕ ਸਾਰੇ ਲੋਕੀ ਲੇਡ ਬੈਕ ਹੁੰਦੇ ਆ ਹਨਾ ਲਾਈਕ ਉਹਨਾਂ ਨੂੰ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ I wouldn't say ਕਿ ਮੌਜਾਂ ਬਿਕਾਜ਼ ਸਾਨੂੰ ਕੰਮ ਵੀ ਬਹੁਤ ਕਰਨਾ ਪੈਂਦਾ ਆ ਨਾ ਹਾਂ ਅਸੀਂ ਵੀਕਐਂਡ ਤੇ ਅਸੀਂ ਜੋ ਕਰਨਾ ਚਾਹੁੰਦੇ ਅਸੀਂ ਕਰਦੇ ਆ ਲਾਈਕ ਬਾਹਰ ਜਾਣਾ ਔਰ ਐਕਸਪਲੋਰ ਅਦਰ ਕੰਟਰੀਜ਼ ਅਸੀਂ ਕਰ ਸਕਦੇ ਹਾਂ ਬਟ ਫਿਰ ਅਸੀਂ ਕੰਮ ਵੀ ਬਹੁਤ ਕਰਦੇ ਆ ਸੋ ਆਈ ਡੋਨਟ ਥਿੰਕ ਕਿ ਮੌਜਾਂ ਹਮੇਸ਼ਾ ਪਰ ਹਾਂ ਕਦੇ ਕਦੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਮੰਥ ਦੀ ਗੱਲ ਕਰਦੇ ਕਦੇ ਕਦੇ ਮੌਜਾਂ ਵੀ ਹੋ ਸਕਦੀ ਜਦੋਂ ਕਿਸੇ ਕਲੋਜ਼ ਫਰੈਂਡ ਦੀ ਲਾਈਕ ਫੈਮਿਲੀ ਪਾਰਟੀਜ਼ ਹੁੰਦੀਆਂ ਔਰ ਲਾਈਕ ਮੇਬੀ ਕਲੋਜ਼ ਫਰੈਂਡ ਦੀ ਵੈਡਿੰਗ ਔਰ ਸਮਥਿੰਗ ਹਨਾ ਔਰ ਕੋਈ ਸਪੈਸ਼ਲ ਓਕੇਜ਼ਨ ਜਿੱਦਾਂ ਕ੍ਰਿਸਮਸ ਟਾਈਮ ਲਾਈਕ ਬਹੁਤ ਵਧੀਆ ਹੁੰਦਾ ਸਾਰੇ ਲਾਈਕ ਫੈਮਿਲੀ ਨਾਲ ਇਕੱਠੇ ਰਹਿਣਾ ਐਂਡ ਐਵਰੀਥਿੰਗ ਹਨਾ ਸੋ ਲਾਈਕ ਯਾ ਬਟ it's still like both you know like work and fun both ਜੇ ਗੱਲ ਕਰੀਏ ਕਿ ਆਪਣੇ ਪੰਜਾਬੀਆਂ ਨੂੰ ਮੋਸਟਲੀ ਜਿਹੜਾ ਟਿਮ ਹੋਟਨ ਬੜਾ ਪਸੰਦ ਹੁੰਦਾ ਤੇ ਤੁਹਾਡਾ ਫੇਵਰੇਟ ਕਿਹੜੀ ਹੈ ਟਿਮ ਹੋਟਨ ਦੀ ਡਰਿੰਕ honestly ਮੈਨੂੰ Tim Hortons ਪਸੰਦ ਆ ਪਰ ਮੈਨੂੰ just coffee like black coffee or like maybe double medium double ਪਸੰਦ ਆ ਉਹਦਾ ਮੈਨੂੰ like anything sweet I don't really eat anything sweet ਹਨਾ like maybe Timbits ਕਦੇ ਹੁਣ ਜਿੱਦਾਂ Justin Tim Biebs ਆਇਆ ਜੇ ਤੁਹਾਨੂੰ ਪਸੰਦ ਆ ਤੁਸੀਂ ਜ਼ਰੂਰ ਟਰਾਈ ਕਰਿਓ ਇਸ sweeter side ਤੇ ਆ but it's almost like the same type of Timbits ਜਿੱਦਾਂ ਹੈਗੇ ਆ but ਫਿਰ ਵੀ ਉਹ ਥੋੜੇ ਵਧੀਆ ਜੇ ਤੁਸੀਂ ਟਰਾਈ ਕਰਨੇ ਆ ਜ਼ਰੂਰ ਕਰਿਓ trust me it's not a paid thing Justin Bieber didn't pay me to say that but it's really good you guys should try it ਇੱਥੇ ਹੀ ਆਪਾਂ ਇਹ ਸੈਗਮੈਂਟ ਦੀ ਸਮਾਪਤੀ ਕਰਦੇ ਹਾਂ ਹਾਂ ਤੇ ਨਾ ਦੀ ਤੇ ਸ਼ੋਅ ਨੂੰ ਥੋੜਾ ਅੱਗੇ ਵਧਾਉਂਦੇ ਆ ਤੇ ਮੈਂ ਤੁਹਾਡੇ ਪਿੱਛੇ ਜੇ ਇੱਕ ਫਿਲਮ ਵੀ ਵੇਖੀ ਸੀ ਆਵਾ ਊਤ ਤੇ ਤੁਸੀਂ ਪੰਜਾਬੀ ਜਿਹੜੇ ਗਾਣਿਆਂ 'ਚ ਵੀ ਮਾਡਲਿੰਗ ਕੀਤੀ ਹੈ ਕਿ ਤੁਸੀਂ ਕੰਟੈਂਟ ਸੁਣ ਕੇ ਫਿਰ ਪ੍ਰੋਜੈਕਟ ਲਈ ਹਾਂ ਕਰਦੇ ਹੋ ਕਿ ਜਾਂ ਰੈਫਰੈਂਸ ਬੇਸ ਵੀ ਕਰਦੇ ਪਏ ਹੋ so usually like reference base ਤੇ ਬਹੁਤ ਹੁੰਦਾ ਆ most of the things ਜਿਹੜੇ ਵੀ ਕੀਤੇ ਉਹ ਹਮੇਸ਼ਾ mostly reference base ਤੇ ਹੁੰਦਾ ਪਰ ਜੇ ਕਦੇ ਕੋਈ ਨਵਾਂ approach ਕਰਦਾ like I always ask them hey what's the project like storyline ਕੀ ਆ ਜੇ ਮੈਨੂੰ storyline ਵਧੀਆ ਲੱਗਿਆ based on who it's with then I will do it if I feel like you know it doesn't suit like my personality or whatever the case is then I just say no to them but yeah for sure it's both ਤੇ ਕਦੇ ਇਦਾਂ ਹੋਇਆ ਕਿ ਤੁਸੀਂ ਕਿਸੇ ਪੰਜਾਬੀ ਆਰਟਿਸਟ ਦੇ ਕਾਰਨ ਫਿਲਮ ਨਾ ਕੀਤੀ ਹੋਵੇ ਕਿ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ ਸੀ like right now no nothing like that ਜਿੰਨੇ ਵੀ ਕੰਮ ਕੀਤਾ ਆ songs ਵਿੱਚ or ਜੋ ਵੀ any little project right like I get along with everyone I'm a very happy person on set in general so I get along with everyone so never had to be in a way ਕਿ like ਹਾਂ ਮੈਂ ਨਹੀਂ ਕਰਨਾ ਕੰਮ because ਇਹ ਬੰਦਾ ਉਸ project ਕਰਦਾ ਪਿਆ like ਕਦੇ ਏਦਾਂ ਹੋਇਆ ਨਹੀਂ I don't know in the future but right now no ਤੇ ਕਿੰਨੇ ਪ੍ਰੋਜੈਕਟ ਜਿਹੜੇ ਤੁਸੀਂ ਕੀਤੇ ਆ ਤੇ ਕਿੰਨੇ ਆਉਣ ਵਾਲੇ ਆ I don't know I think like probably I've done more than like
25 project, I would say, like just songs and stuff, right? But then a lot of videos as well, because I've been doing it since I think 2015. So ਹੁਣ ਤਾਂ ਮੈਨੂੰ ਇੰਨਾ ਵੀ ਨਹੀਂ ਯਾਦ ਕਿ ਕਈ ਮੈਂ ਵੀਡੀਓ ਭੁੱਲ ਵੀ ਗਈ ਹਾਂ ਕਈ ਵਾਰੀ। ਲਾਈਕ ਮੇਰੇ ਕਈ ਫਰੈਂਡ ਲਾਈਕ ਇੱਕ ਵਾਰੀ ਇੱਕ ਵੀਡੀਓ ਬਣਾਈ ਸੀ ਮੈਂ ਕਿਸੇ ਨਾਲ ਜਿਹੜਾ UK ਵਿੱਚ ਰਹਿੰਦਾ ਸੀਗਾ, ਐਂਡ ਉਹ ਕਿਸੇ ਹੋਰ ਪੇਜ ਨੇ ਦੁਬਾਰਾ ਪਾਈ, ਮੈਂ ਤਾਂ ਭੁੱਲ ਵੀ ਗਈ ਸੀ ਕਿ ਅਸੀਂ ਵੀਡੀਓ ਬਣਾਈ ਸੀ। ਸੋ ਇੰਨਾ ਕੁਝ ਬਣਾਇਆ ਲਾਈਕ ਆਲਮੋਸਟ, because it's been so long. But like yeah, it's been like a lot. There are some projects that I'm working on, you know, like personal life as well. So let's see what happens. But for now, like yeah, there are some things that, you know, they're gonna be in the future coming up. COVID ਕਰਕੇ ਥੋੜਾ ਕਾਫੀ ਚੀਜ਼ਾਂ slow ਸੀਗੀਆਂ, but we are in the works of certain things. ਬਰਾੜ, ਇੱਕ ਜਿਵੇਂ ਹਰੇਕ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੁੰਦਾ ਵਾ ਕਿ ਉਹਦੀ ਲਾਈਫ ਚੇਂਜ ਹੋ ਜਾਂਦੀ ਇੱਕੋ ਦਮ। ਤੁਹਾਡੀ ਲਾਈਫ ਦਾ ਇਹੋ ਜਿਹਾ ਟਰਨਿੰਗ ਪੁਆਇੰਟ ਕਿਹੜਾ ਸੀਗਾ? ਮੈਂ ਕਹੂੰਗੀ ਕਿ ਜਦੋਂ ਮੈਂ ਵਾਈਨਸ ਬਣਾਉਂਦੀ ਸੀਗੀ ਮੇਰੇ ਲਈ ਉਹ ਟਰਨਿੰਗ ਪੁਆਇੰਟ ਸੀਗਾ, ਬਿਕਾਜ਼ ਇਹਦੇ ਕਰਕੇ ਮੈਂ ਕਿੰਨੇ ਲੋਕਾਂ ਨੂੰ ਮਿਲੀ, ਐਂਡ ਯੂ ਨੋ ਆਈ ਗਾਟ ਟੂ ਲਰਨ ਸੋ ਮੈਨੀ ਡਿਫਰੈਂਟ ਥਿੰਗਸ ਅਬਾਊਟ ਦ ਇੰਡਸਟਰੀ, ਐਂਡ ਲਾਈਕ ਇਹਦੇ ਕਰਕੇ ਮੈਨੂੰ ਕਿੰਨੇ ਹੋਰ ਵੀ ਲਾਈਕ ਜਿੱਦਾਂ ਲਾਈਕ ਸਮਟਾਈਮਸ ਜਿਹੜੇ ਸਮਾਲ ਬਿਜ਼ਨਸ ਓਨਰਸ ਹੁੰਦੇ ਆ ਨਾ, ਉਹ ਵੀ ਲਾਈਕ ਅਪਰੋਚ ਕਰਦੇ ਆ ਲਾਈਕ ਹੇ can you like if we send you this stuff, can you post it for us and all of that. So I feel like ਮੇਰੇ ਲਈ ਟਰਨਿੰਗ ਪੁਆਇੰਟ ਸੀਗਾ ਜਦੋਂ ਮੈਂ like step ahead ਕੀਤਾ, like or sorry took that step to make wines and stuff. That was basically the turning point for me. And of course my family supported and with everything, so I never had to like you know go through that part where like ਮੇਰੀ ਫੈਮਿਲੀ like ਨਹੀਂ ਐਦਾਂ ਨਹੀਂ ਉਹਦਾ like ਲੋਕੀ ਆਪਣੇ, ਇਹ ਬਹੁਤ ਵੱਡੀ ਗੱਲ ਆ ਕਿ ਉਹ ਤੁਸੀਂ ਪੰਜਾਬੀ ਕੁੜੀਆਂ ਔਰ ਜੱਟਾਂ ਦੀ ਕੁੜੀਆਂ ਐਦਾਂ ਦੇ ਕੰਮ ਨਹੀਂ ਕਰਦੀਆਂ ਹਨਾ। ਬਟ ਲਾਈਕ ਥੈਂਕਫੁਲੀ ਮੇਰੀ ਫੈਮਿਲੀ ਬਹੁਤ ਲਾਈਕ ਸਪੋਰਟਿਵ ਹੈ ਇਸ ਤਰੀਕੇ ਨਾਲ, ਉਹਨਾਂ ਨੇ ਕਦੇ ਮੈਨੂੰ ਨਾ ਨਹੀਂ ਕੀਤੀ। ਲਾਈਕ as long as it's like you know a good project ਜਿੱਥੇ ਸਾਰਿਆਂ ਨੂੰ ਹਾਸਾ ਵੀ ਆਉਂਦਾ everything, like ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਈ ਲਾਈਕ ਸਾਡੇ ਫੈਮਿਲੀ ਦੇ ਇੰਡੀਆ ਦੇ ਜਿਹੜੇ ਰਿਲੇਟਿਵ ਸੀ ਮੈਂ ਉਹਨਾਂ ਨੂੰ ਮਿਲੀ ਵੀ ਨਹੀਂ, ਉਹ ਵੀ ਮੇਰੀ ਕਈ ਵਾਰੀ ਵੀਡੀਓਜ਼ ਦੇਖਦੇ ਹੁੰਦੇ ਸੀ, ਤੇ ਜਦੋਂ ਮੈਂ ਉੱਥੇ ਗਈ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਮੇਰੀ ਤੇਰੀ ਵੀਡੀਓ ਮੈਨੂੰ ਬਹੁਤ ਪਸੰਦ ਆਈ ਆ, and it's just a great feeling knowing. So yeah, I would say that was the turning point for me. And I think because of that ਜਿੱਦਾਂ ਹੁਣ like mostly ਮੇਰੇ ਡੈਡ ਦੀ ਫੈਮਿਲੀ ਵੀ ਪਿੰਡ ਤੋਂ ਬਿਲੋਂਗ ਕਰਦੀ ਆ, ਸੋ ਜਦੋਂ ਉਹ ਦੇਖਦੇ ਆ ਕਿ ਲਾਈਕ ਯੂ ਨੋ ਇਹ ਵੀ ਕੁੜੀਆਂ ਵੀ ਇੱਦਾਂ ਦੇ ਕੰਮ ਕਰ ਸਕਦੀਆਂ ਇਨ ਅ ਰਿਸਪੈਕਟਫੁਲ ਵੇ ਹੈ ਨਾ, ਲਾਈਕ ਤੁਹਾਡੀ ਇਹ ਨਹੀਂ ਹੈ ਕਿ ਤੁਹਾਨੂੰ ਕੁਝ ਗਲਤ ਕਰਨਾ ਪਊਗਾ, ਜਿਹੜੇ ਤਰੀਕੇ ਨਾਲ ਤੁਸੀਂ ਕੰਮ ਕਰਦੇ ਆ ਇਟ ਕੈਨ ਬੀ ਡਨ ਇਨ ਅ ਵੈਰੀ ਰਿਸਪੈਕਟਫੁਲ ਵੇ। ਸੋ ਆਈ ਥਿੰਕ ਇਹਦੇ ਕਰਕੇ ਲਾਈਕ ਹੋਰਾਂ ਕੁੜੀਆਂ ਨੂੰ ਵੀ ਕੌਨਫੀਡੈਂਸ ਮਿਲਦਾ ਆ ਕਿ we can have a better life as well, because if we do it the right way ਹੈ ਨਾ, ਹਮੇਸ਼ਾ ਸਾਨੂੰ ਕੋਈ ਗਲਤ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ, ਪਰ ਜੇ ਤੁਸੀਂ ਸਹੀ ਤਰੀਕੇ ਨਾਲ ਕਰੋਗੇ ਫਿਰ ਵੀ ਤੁਸੀਂ ਉੱਥੇ ਪਹੁੰਚ ਸਕਦੇ ਹੋ ਜਿੱਥੇ ਤੁਹਾਡਾ ਲਾਈਕ ਤੁਸੀਂ ਪਹੁੰਚਣਾ ਚਾਹੁੰਦੇ ਆ। ਇਹ ਕਹਿੰਦੇ ਤੁਹਾਡੀ ਮੰਜ਼ਿਲ ਹੈ ਨਾ, ਜਿੱਥੇ ਤੁਸੀਂ ਮੰਜ਼ਿਲ ਤੇ ਪਹੁੰਚਣਾ ਫਿਰ ਵੀ ਪਹੁੰਚ ਸਕਦੇ ਆ। ਤੇ ਜੇ ਗੱਲ ਕਰੀਏ ਕਿ ਇੱਕ ਹੁੰਦਾ ਕਿ ਸੈਲਫ ਰਿਸਪੈਕਟ ਤੇ ਸੈਲਫ ਕੌਨਫੀਡੈਂਸ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੇਰੇ ਲਈ ਸੈਲਫ ਰਿਸਪੈਕਟ ਬਹੁਤ ਵੱਡੀ ਗੱਲ ਆ, ਐਂਡ ਕੌਨਫੀਡੈਂਸ ਤਾਂ ਲਾਈਕ ਇਟਸ ਆਲਵੇਜ਼ ਥਰੂ ਦ ਰੂਫ ਫॉर ਮੀ ਹੈ ਨਾ। ਲਾਈਕ ਮੈਂ ਕਦੇ ਵੀ ਕਿਸੇ ਨਵੇਂ ਬੰਦੇ ਨੂੰ ਮਿਲਦੀ ਹਾਂ ਲਾਈਕ ਪ੍ਰੋਜੈਕਟ ਥਰੂ ਵੀ, ਮੈਨੂੰ ਇਹ ਕਦੇ ਨਹੀਂ ਲੱਗਦਾ ਕਿ ਓ ਮਾਈ ਗॉड ਆਮ ਸੋ ਸਕੇਅਰਡ ਹੈ ਨਾ। ਲਾਈਕ ਹਾਂ ਥੋੜਾ ਜਿਹਾ ਮੇ ਬੀ 1 ਮਿੰਟ ਪਹਿਲਾਂ ਲਾਈਕ ਸ਼ੁਰੂ ਹੋਣ ਤੋਂ ਪਹਿਲਾਂ ਆਈ ਵਾਸ ਸਕੇਅਰਡ ਲਾਈਕ ਓ ਮਾਈ ਗॉड, ਇਵਨ ਜਦੋਂ ਅੱਜ ਮੈਂ ਇੰਟਰਵਿਊ ਕਰਨੀ ਸੀ ਮੈਨੂੰ ਥੋੜਾ ਲਾਈਕ ਸੀਗਾ ਕਿ ਲਾਈਕ ਨਰਵਸ, ਬਟ ਉਹਦਾ ਲਾਈਕ ਕੌਨਫੀਡੈਂਸ ਇਟਸ ਆਲਵੇਜ਼ ਦੇਅਰ ਫॉर ਮੀ। ਐਂਡ ਆਈ ਥਿੰਕ ਸੈਲਫ ਰਿਸਪੈਕਟ ਇਜ਼ ਅ ਬਿਗ ਥਿੰਗ। ਸੈਲਫ ਰਿਸਪੈਕਟ ਬਹੁਤ ਜ਼ਰੂਰੀ ਹੈ, ਬਿਕਾਜ਼ ਜਿੱਦਾਂ ਦੀ ਤੁਸੀਂ ਇੰਡਸਟਰੀ ਵਿੱਚ ਕੰਮ ਕਰਦੇ ਆ ਨਾ, ਤੁਹਾਨੂੰ ਆਪਣੀ ਇਮੇਜ ਆਪ ਬਣਾਉਣੀ ਪੈਂਦੀ ਆ ਹਨਾ। ਸੋ ਇਹ ਲਾਈਕ ਸਪੈਸ਼ਲੀ ਜਦੋਂ ਤੁਸੀਂ ਇਫ ਯੂ ਆਰ ਗਰਲ, ਜੇ ਤੁਸੀਂ ਕੁੜੀਆਂ ਤੁਹਾਡੇ ਲਈ ਤਾਂ ਇਸ ਤੋਂ ਵੀ ਹਾਰਡ ਹੋਊਗਾ ਉਹ ਇਮੇਜ ਬਣਾਉਣਾ ਹਨਾ, ਪਰ ਜਦੋਂ ਇੱਕ ਵਾਰੀ ਤੁਹਾਡੀ ਇਮੇਜ ਬਣ ਜਾਂਦੀ ਹੈ ਰਾਈਟ, ਫਿਰ ਤੁਸੀਂ ਸੈਟ ਆ। ਸੋ ਆਈ ਥਿੰਕ ਇਟਸ ਰੀਅਲੀ ਇੰਪੋਰਟੈਂਟ ਦੈਟ ਯੂ ਹੈਵ ਟੂ ਹੈਵ ਸੈਲਫ ਰਿਸਪੈਕਟ ਫॉर yourself। ਜੇ ਤੁਸੀਂ ਕਿਸੇ ਨਾਲ ਕੰਮ ਕਰਦੇ, ਜੇ ਤੁਹਾਨੂੰ ਕੋਈ ਉਹਨਾਂ ਨੇ ਕੁਛ ਕਰਨ ਨੂੰ ਕਿਹਾ, ਜੇ ਤੁਹਾਨੂੰ ਨਹੀਂ ਪਸੰਦ ਤੁਸੀਂ ਉਹਨਾਂ ਨੂੰ ਕਹਿ ਸਕਦੇ ਰਾਈਟ ਵੇ ਕਿ ਇਹ ਮੈਨੂੰ ਇਹ ਪਸੰਦ ਨਹੀਂ ਆ, ਤੇ ਓਬਵੀਅਸਲੀ ਉਹਨਾਂ ਨੇ ਤੁਹਾਨੂੰ ਇਹ ਤਾਂ ਨਹੀਂ ਕਹੋਗੇ ਕਿ ਹਾਂ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕਰਨਾ, ਲਾਈਕ ਅਸੀਂ ਤੁਹਾਨੂੰ ਚਾਹੁੰਦੇ ਆ, ਲਾਈਕ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਕਹਿ ਦਿਓ ਕਿ ਦਿਸ ਇਜ਼ ਵਾਟ ਆਈ ਵਾਂਟ ਟੂ ਡੂ, ਤੇ ਫਿਰ ਉਹ ਕਦੇ ਵੀ ਤੁਹਾਨੂੰ ਇੱਦਾਂ ਨਹੀਂ ਫੀਲ ਹੋਊਗਾ ਕਿ ਸ਼ਿਟ ਲਾਈਕ ਆਈ ਵਿਸ਼ ਕਿ ਮੈਂ ਪ੍ਰੋਜੈਕਟ ਨਾ ਕੀਤਾ ਹੁੰਦਾ। ਤੇ ਜੇ ਗੱਲ ਕਰੀਏ ਤਾਂ ਤੁਸੀਂ ਵੂਮਨ ਐਮਪਾਵਰਮੈਂਟ ਨੂੰ ਕਿਵੇਂ ਡਿਸਕ੍ਰਾਈਬ ਕਰੋਗੇ? women empowerment, it's a great deal for me, because ਜਿੱਦਾਂ ਲਾਈਕ ਇਵਨ ਸਾਡੀ ਫੈਮਿਲੀ ਦੇ ਰਿਲੇਟ ਮੇਰੇ ਬ੍ਰਦਰ ਲਾਈਕ ਸਾਡੀ ਫੈਮਿਲੀ 'ਚ ਇੰਨੀ ਕੁੜੀਆਂ ਨਹੀਂ ਹੈਗੀਆਂ, ਜ਼ਿਆਦਾ ਮੁੰਡੇ ਆ ਨਾ, ਲਾਈਕ ਉਹ ਵੀ ਸਾਨੂੰ ਇੰਪਾਵਰ ਕਰਦੇ ਆ ਕਿ ਤੁਸੀਂ ਆਪਣੇ ਡ੍ਰੀਮਸ ਫੋਲੋ ਕਰੋ, ਜੇ ਤੁਸੀਂ ਜੋ ਵੀ ਕਰਨਾ ਕੰਮ ਵੀ ਕਰਨਾ ਹੈ ਨਾ, ਲਾਈਕ ਤੁਸੀਂ ਆਪਣੇ ਇੰਨੇ ਕੌਨਫੀਡੈਂਸ ਨਾਲ ਕਰੋ ਕਿ ਤੁਹਾਨੂੰ ਕਦੇ ਕੋਈ ਕੁਛ ਗਲਤ ਵੀ ਨਹੀਂ ਕਹੂਗਾ ਹੈ ਨਾ। ਸੋ ਵੂਮਨ empowerment is a great thing for me। ਲਾਈਕ ਮੈਂ ਹਮੇਸ਼ਾ ਲਾਈਕ ਮੇਰੇ ਤੋਂ ਯੰਗਰ ਜਨਰੇਸ਼ਨ ਹੁੰਦੀ ਹੈ, ਜੇ ਕੋਈ ਵੀ ਮੇਰੇ ਕੋਲ ਆਉਂਦਾ ਐਡਵਾਈਸ ਲਈ ਹੈ ਨਾ, ਮੈਨੂੰ ਹਮੇਸ਼ਾ ਗੁੱਡ ਐਡਵਾਈਸ ਦਿੰਦੀ ਹੈ ਕਿ ਤੁਸੀਂ ਇੱਦਾਂ ਕਰੋ। ਜੇ ਕਿਸੇ ਨੇ ਕੁਛ ਵਧੀਆ ਕੰਮ ਕੀਤਾ ਲਾਈਕ ਮੈਂ ਸ਼ੇਅਰ ਕਰਦੀ ਹਾਂ, ਲਾਈਕ ਉਹ ਤਾਂ ਮੈਨੂੰ ਪੇ ਨਹੀਂ ਕਰਦੇ ਸ਼ੇਅਰ ਕਰਨ ਲਈ, ਮੈਂ ਉੱਦਾਂ ਹੀ ਸ਼ੇਅਰ ਕਰਦੀ ਹਾਂ, ਬਿਕਾਜ਼ ਉਹਨਾਂ ਲਈ ਇਹ ਵੂਮਨ empowerment ਬਹੁਤ ਵੱਡੀ ਚੀਜ਼ ਆਪਣੀ ਕਮਿਊਨਿਟੀ ਵਿੱਚ ਕਦੇ ਇਟਸ ਲੈਕਿੰਗ ਹੈ ਨਾ, ਕਿ ਸਾਰੇ ਨਹੀਂ ਸਪੋਰਟ ਕਰਨਗੇ ਜੋ ਤੁਸੀਂ ਜਿੱਦਾਂ ਦਾ ਕੰਮ ਕਰਦੇ ਆ। ਕਈ ਵਾਰੀ ਤੁਹਾਨੂੰ ਸੁਣਨ ਨੂੰ ਵੀ ਮਿਲੂਗਾ ਕਿ ਉਹ ਇਹ ਤਾਂ ਵਿਹਲੀਆਂ ਤੁਰੀਆਂ ਫਿਰਦੀਆਂ, ਹੋਰ ਕੁਛ ਕੰਮ ਨਹੀਂ ਕਰਦੀਆਂ, ਬਸ ਇਹ ਕਰਦੀਆਂ ਔਰ ਜੋ ਵੀ ਆ ਹੈ ਨਾ। ਬਟ ਸੋ ਇਸ ਲਈ ਜਦੋਂ ਤੁਸੀਂ ਕਿਸੇ ਨੂੰ ਇੰਪਾਵਰ ਕਰਦੇ ਆ, ਲਾਈਕ ਉਹਨਾਂ ਲਈ ਬਹੁਤ ਵੱਡੀ ਗੱਲ ਹੋ ਸਕਦੀ ਹੈ ਮੇ ਬੀ
ਇੱਕ ਸਾਲ ਵਿੱਚ ਮੇਬੀ ਤੁਸੀਂ ਇਕੱਲੇ ਬੰਦੇ ਹੋਵੋਗੇ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਵਧੀਆ ਕੰਮ ਕਰਦੇ ਪਏ ਡਿਪੈਂਡਿੰਗ ਔਨ ਕਿ ਕੀ ਕਰਦੇ ਪਏ ਆ ਹਨਾ ਸੋ ਆਈ ਥਿੰਕ ਇਟਸ ਅ ਰੀਲੀ ਗੁੱਡ ਥਿੰਗ ਟੂ ਇੰਪਾਵਰ ਵੂਮਨ ਇਨ ਐਵਰੀ ਵੇ ਯੂ ਕੈਨ ਬਹੁਤ ਵਧੀਆ ਇਹਦਾ ਵੀ ਤੁਸੀਂ ਆਨਸਰ ਦਿੱਤਾ ਤੇ ਇਹਦੇ ਨਾਲ ਹੀ ਆਪਾਂ ਸ਼ੋਅ ਨੂੰ ਅੱਗੇ ਵਧਾਉਂਦੇ ਆ ਰੈਪਿਡ ਫਾਇਰ ਆ ਜਿਹੜਾ ਕਿ ਥੋੜਾ ਜਿਹਾ ਹੁਣ ਇਹਦੇ ਚ ਤੁਹਾਨੂੰ ਥੋੜੇ ਜਿਹੇ ਮਿੱਠੇ ਤੇ ਨਮਕੀਨ ਕਹਿ ਲਏ ਅੱਗ ਵਰਗੇ ਸਵਾਦ ਵਾਲੇ ਵੀ ਸਵਾਲ ਪੁੱਛਾਂਗੇ ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਬਾਲੀਵੁੱਡ ਜਾਂ ਪੰਜਾਬੀ ਦੇ ਜਿਹੜੇ ਐਕਟਰ ਆ ਉਹਨਾਂ ਵਿੱਚੋਂ ਕਿਹੜਾ ਵਧੀਆ ਲੱਗਦਾ ਮੈਨੂੰ ਬਾਲੀਵੁੱਡ ਮੂਵੀਜ਼ ਤਾਂ ਮੈਂ ਇੱਦਾਂ ਦੇਖਦੀ ਨਹੀਂ ਇੰਨੀ ਜ਼ਿਆਦਾ ਬਟ ਮੈਂ ਕਹੂੰਗੀ ਕਿ ਬਾਲੀਵੁੱਡ ਵਿੱਚੋਂ ਜੌਨ ਅਬਰਾਹਮ ਮੈਨੂੰ ਵਧੀਆ ਲੱਗਦਾ ਆ ਤੇ ਪੰਜਾਬੀ ਮੂਵੀਜ਼ ਵਿੱਚੋਂ ਦਿਲਜੀਤ ਤੇ ਅਮਰਿੰਦਰ ਗਿੱਲ ਮੈਨੂੰ ਬਹੁਤ ਪਸੰਦ ਆ 1 ਸਟਾਰ ਜਿਹਦੇ ਨਾਲ ਤੁਸੀਂ ਡੇਟ ਤੇ ਜਾਣਾ ਪਸੰਦ ਕਰੋਗੇ ਦਿਲਜੀਤ ਫॉर श्योर ਕੋਈ ਵੀ ਇਹੋ ਜਿਹਾ ਡ੍ਰੀਮ ਪ੍ਰੋਜੈਕਟ ਜਿਹਦੇ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਮੇਰਾ ਡ੍ਰੀਮ ਪ੍ਰੋਜੈਕਟ ਹੈਗਾ ਕਿ ਮੈਂ ਤਰਸੇਮ ਜਸਰ ਲਾਈਕ ਮੈਨੂੰ ਉਹਨਾਂ ਦਾ 뮤직 ਬਹੁਤ ਪਸੰਦ ਆ ਬਹੁਤ ਰਾ 뮤직 ਹੁੰਦਾ ਉਹਨਾਂ ਦੀ ਪਰਸਨੈਲਿਟੀ ਬਹੁਤ ਘੈਂਟ ਆ ਨਾ ਲਾਈਕ ਮੇਰਾ ਡ੍ਰੀਮ ਹੈਗਾ ਕਿ ਮੈਂ ਇੱਕ ਦਿਨ ਉਹਨਾਂ ਨਾਲ ਕੰਮ ਕਰਾਂ ਦੈਟਸ ਮਾਈ ਡ੍ਰੀਮ ਥਿੰਗ ਵਨ ਫੇਵਰਿਟ ਪੰਜਾਬੀ ਸਿੰਗਰ favorite Punjabi singer, I will say controversial ਨਾ ਹੋ ਜਾਵੇ but ਕਰਨ ਔਜਲਾ ਮੈਂ ਪਹਿਲਾਂ ਹੀ ਤੁਸੀਂ ਬੋਲਤਾ ਮੈਂ ਕੁਝ ਕਹਿ ਨਹੀਂ ਲੱਗਾ ਸੀਗਾ ਤੇ ਤੁਸੀਂ ਪਹਿਲਾਂ ਹੀ ਕਹਿ ਕਿ ਕਿਤੇ ਇਹ ਤਾਂ ਨਹੀਂਗਾ ਕਿ ਹੁਣ ਸਿੱਧੂ ਮੂਸੇ ਵਾਲੇ ਇਲੈਕਸ਼ਨ ਚ ਆ ਕੇ ਕਰਨ ਔਜਲਾ ਵੀ ਆ ਜਾਣ ਅਕਾਲੀਆਂ ਵੱਲੋਂ ਹੋ ਸਕਦਾ ਯੂ نو ਸਾਡੀ ਫੈਮਿਲੀ ਉਹਦਾ ਅਕਾਲੀਆਂ ਦੀ ਆ ਬਟ ਜੇ ਆਉਣਗੇ ਤਾਂ ਅਸੀਂ ਸਪੋਰਟ ਵੀ ਕਰਾਂਗੇ ਨਾਟ ਜਸਟ ਜੋਕਿੰਗ ਬਟ ਕੀ ਪਤਾ ਹੁੰਦਾ ਹੈ ਨਾ ਲਾਈਕ ਆਈ ਥਿੰਕ ਇਹ ਪਾਰਟੀਜ਼ ਜੁਆਇਨ ਕਰਨਾ ਤਾਂ ਲਾਈਕ ਆਬਵੀਅਸਲੀ ਉਹਨਾਂ ਦਾ ਆਪਣਾ ਚੋਇਸ ਆ ਬਟ ਐਟ ਲੀਸਟ ਉਹਨਾਂ ਦੀ ਆਪਣੀ ਪਰਸਨੈਲਿਟੀ ਅਸ ਲੌਂਗ ਉਹ ਨਾ ਚੇਂਜ ਕਰਨ ਹੈ ਨਾ ਲਾਈਕ ਉਹ ਕੁਝ ਵੀ ਕਰ ਸਕਦੇ ਆ ਰਾਈਟ ਮੇਬੀ ਹੋ ਸਕਦਾ ਕਿ ਉਹ ਪੰਜਾਬ ਨੂੰ ਅੱਗੇ ਲੈ ਕੇ ਜਾਊਗਾ ਮੇਬੀ ਕੁਝ ਵਧੀਆ ਕਰੂਗਾ ਸਾਨੂੰ ਇਹ ਨਹੀਂ ਪਤਾ ਹੈ ਨਾ ਆਪਾਂ ਤਾਂ ਜੱਜ ਕਰਦੇ ਹਾਂ ਬੇਸਡ ਔਨ ਪਾਸਟ ਵਿੱਚ ਕੀ ਹੋਇਆ ਸੀਗਾ ਤੇ ਮੇਬੀ ਲਾਈਕ ਉਹ ਕਿਹੜੀ ਪਾਰਟੀ ਨੂੰ ਜੁਆਇਨ ਕੀਤਾ ਬਟ ਸਾਨੂੰ ਇਹ ਨਹੀਂ ਪਤਾ ਕਿ ਮੇਬੀ ਉਹ ਕੁਝ ਵਧੀਆ ਵੀ ਕਰ ਸਕਦੇ ਆ ਪੰਜਾਬ ਲਈ ਫਸਟ ਥਿੰਗ ਜਿਹੜੀ ਤੁਸੀਂ ਕਰਦੇ ਹੋ ਮਾਰਨਿੰਗ ਉੱਠ ਕੇ check my phone social media snapchat instagram everything tiktok ਇਹ ਪਸੰਦ ਆ ਮੈਨੂੰ ਦੇਖਣਾ ਉੱਠਣ ਤੋਂ ਪਹਿਲਾਂ ਸਾਰੇ ਜੇ ਤੁਹਾਨੂੰ ਕੋਈ ਮੈਸੇਜ ਕਰਦਾ ਤੁਸੀਂ ਹਰ ਕਿਸੇ ਨੂੰ ਰਿਪਲਾਈ ਕਰਦੇ ਹੋ ਕਿ ਦੇਖਦੇ ਹੋ ਕਿ ਕੌਣ ਕੀ ਆ ਫਿਰ ਰਿਪਲਾਈ ਕਰਦੇ ਹੋ honestly ਜੇ ਲਾਈਕ ਜਿੱਦਾਂ ਕੋਈ ਉਦਾਂ ਹੀ ਮੈਸੇਜ ਕਰਦਾ ਹੈ ਨਾ ਉਹਨਾਂ ਨੂੰ ਮੈਨੂੰ ਮੈਸੇਜ ਕਰਨਾ ਪਸੰਦ ਨਹੀਂ ਹੈ ਨਾ ਪਰ ਜੇ ਕੋਈ ਲਾਈਕ ਵਰਕ ਰਿਲੇਟਡ ਕੰਮ ਲਾਈਕ ਮੈਸੇਜ ਕਰਦਾ ਹੋ ਜੇ ਕੋਈ ਕਹਿੰਦਾ ਕਿ ਆਈ ਰੀਲੀ ਲਾਈਕ ਯੂਰ ਵਰਕ ਐਂਡ ਸਟਫ ਲਾਈਕ ਦੈਟ ਫਿਰ ਹਾਂ ਮੈਂ ਉਹਨਾਂ ਨੂੰ ਜ਼ਰੂਰ ਰਿਪਲਾਈ ਕਰਦੀ ਹਾਂ ਪਰ ਜੇ ਮੈਨੂੰ ਲੱਗਦਾ ਕਿ ਇਟਸ ਜਸਟ ਅ ਵੇਸਟ ਮੈਸੇਜ ਫਿਰ ਮੈਂ ਉਹਨਾਂ ਨੂੰ ਨਹੀਂ ਰਿਪਲਾਈ ਕਰਦੀ ਤੇ ਇੱਕ ਜਿਹੜੀ ਥੋੜੀ ਵੀਅਰਡ ਹੈਬਿਟ ਹੋਵੇ ਜਿਹਨੂੰ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਵੀਅਰਡ ਹੈਬਿਟ ਮੈਨੂੰ ਸੈਲਡ ਖਾਣਾ ਬਹੁਤ ਪਸੰਦ ਆ ਹਮੇਸ਼ਾ ਲਾਈਕ ਮੈਨੂੰ ਵੀਅਰਡ ਲੱਗਦਾ ਬਿਕਾਜ਼ ਲਾਈਕ ਮੇਰੀ ਮੰਮੀ ਕਹਿੰਦੇ ਆ ਕਿ ਜਦ ਤੂੰ ਬੁੱਢੀ ਹੋ ਗਈ ਲਾਈਕ ਤੇਰੀ ਬਾਡੀ ਵਿੱਚ ਇਦਾਂ ਦਾ ਕੁਝ ਹੋਣਾ ਨਹੀਂ ਆ ਤੂੰ ਪਹਿਲਾਂ ਹੀ ਮਰ ਜਾਣਾ ਬਿਕਾਜ਼ ਤੇਰੀ ਚ ਇੰਨੀ ਪਾਵਰ ਨਹੀਂ ਹੋਣੀ ਸੋ ਮੇਰੀ ਵੀਅਰਡ ਹੈਬਿਟ ਹੈ ਕਿ ਮੇਬੀ ਘੱਟ ਸੈਲਡ ਖਾਣਾ ਐਂਡ ਜ਼ਿਆਦਾ ਲਾਈਕ ਪ੍ਰੋਟੀਨ ਰਿਲੇਟਡ ਚੀਜ਼ਾਂ ਖਾਣੀਆਂ ਸੋ ਯਾ ਮੇਬੀ ਦੈਟ the best day in your life ਜਿਹੜਾ ਹਜੇ ਤੱਕ the best day was when I went to India. I saw my grandfather. You know, ਜਦੋਂ ਪਹਿਲੀ ਵਾਰੀ ਗਏ ਸੀਗੇ ਉਹਨਾਂ ਨੂੰ ਮਿਲੇ and ਉਹਨਾਂ ਨੇ ਕਾਫੀ ਗੱਲਾਂ ਸੁਣਾਈਆਂ ਉਹ ਮੇਰੇ ਲਈ ਬਹੁਤ ਵਧੀਆ ਦਿਨ ਸੀਗਾ because like ਕਾਫੀ ਗੱਲਾਂ ਉਹਨਾਂ ਨੇ ਦੱਸਿਆ ਜਿੱਦਾਂ ਲਾਈਕ ਯੂ نو ਜਦੋਂ ਮੇਰੇ ਡੈਡੀ ਹੁੰਦੇ ਛੋਟੇ ਹੁੰਦੇ ਸੀਗੇ ਔਰ ਮੇਰੇ ਭੂਆ ਉਹਨਾਂ ਬਾਰੇ ਉਹਨਾਂ ਨੂੰ ਸਾਰਿਆਂ ਨੂੰ ਮਿਲਣਾ ਲਾਈਕ ਮੈਨੂੰ ਬਹੁਤ ਵਧੀਆ ਲੱਗਿਆ ਐਂਡ ਮੇਰੇ ਕਜ਼ਨ ਜਿੱਦਾਂ ਛੋਟੇ ਹੁੰਦੇ ਤੋਂ ਸਾਰੇ ਵੱਡੇ ਹੋ ਗਏ ਉਹਨਾਂ ਦੀ ਵਾਈਫ ਵੀ ਸੀਗੀਆਂ ਅੱਗੇ ਸੋ ਲਾਈਕ ਉਹਨਾਂ ਨੂੰ ਮੈਂ ਕਦੇ ਮਿਲੀ ਨਹੀਂ ਚੀਜ਼ ਉਹਨਾਂ ਨਾਲ ਮਿਲਣਾ ਕਨੈਕਸ਼ਨ ਬਣਾਉਣਾ ਇਟ ਵਾਸ ਦ ਗ੍ਰੇਟ ਥਿੰਗ ਫॉर ਮੀ ਤੇ ਕੋਈ ਵੀ ਇਹੋ ਜਿਹਾ ਤੁਹਾਡਾ ਪ੍ਰੋਜੈਕਟ ਜਿਹਨੂੰ ਤੁਸੀਂ ਪਹਿਲਾਂ ਨਾ ਕਰਤੀ ਹੋਵੇ ਤੇ ਬਾਅਦ 'ਚ ਪਤਾ ਲੱਗਿਆ ਉਹ ਸੁਪਰ ਡੂਪਰ ਹਿੱਟ ਹੋ ਗਿਆ ਉਹਦਾ ਰਿਗਰੈਟ ਨੋ ਕਦੇ ਤਾਂ ਹੋਇਆ ਨਹੀਂ ਨਾਰਮਲੀ ਜੇ ਮੈਨੂੰ ਨਹੀਂ ਪਸੰਦ ਇਵਨ ਇਫ ਲਾਈਕ ਉਹ ਸੁਪਰ ਡੂਪਰ ਹਿੱਟ ਹੋਇਆ ਇਟਸ ਓਕੇ ਬਟ ਜੇ ਮੈਨੂੰ ਲੱਗਿਆ ਕਿ ਮੇਰੇ ਕੌਨਸ਼ੀਅਸ ਲਈ ਨਹੀਂ ਵਧੀਆ ਫਿਰ ਨਹੀਂ ਕਰਨਾ ਨੋ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ 1 ਮਿੰਟ 'ਚ ਗੁੱਸੇ ਕਰ ਦਿੰਦੀ ਹੈ ਜਾਂ ਇਰੀਟੇਟ ਕਰਦੀ ਹੈ ਜਦੋਂ ਲਾਈਕ ਮੈਂ ਜਦੋਂ ਕੋਈ ਮੈਨੂੰ ਟਰਸਟ ਨਹੀਂ ਕਰਦਾ ਫਿਰ ਮੈਨੂੰ ਬਹੁਤ ਗੁੱਸਾ ਆਉਂਦਾ ਫਿਰ ਆ ਲਾਈਕ ਓ ਮਾਈ ਗॉड ਲਾਈਕ cuz ਯੂ نو ਆਮ ਅ ਓਨੈਸਟ ਪਰਸਨ ਮੈਂ ਹਮੇਸ਼ਾ ਓਨੈਸਟੀ ਤੇ ਬਿਲੀਵ ਕਰਦੀ ਸੋ ਫਿਰ ਜੇ ਮੈਨੂੰ ਕੋਈ ਟਰਸਟ ਨਹੀਂ ਕਰਦਾ ਫਿਰ ਮੈਨੂੰ ਬਹੁਤ ਗੁੱਸਾ ਆਉਂਦਾ ਫਿਰ ਮੈਨੂੰ ਗੁੱਸਾ ਚੜ ਜਾਂਦਾ ਔਰ ਜਦੋਂ ਤੁਸੀਂ ਲਾਈਕ ਕਈ ਵਾਰੀ ਤੁਹਾਡੇ ਕਜ਼ਨ ਲਾਈਕ ਯੂ نو 올ਡਰ ਕਜ਼ਨ ਤੁਹਾਡੇ ਉਦੋਂ ਹੀ ਮਾਰ ਦਿੰਦੇ ਆ ਮੈਨੂੰ ਉਹ ਬਹੁਤ ਗੰਦਾ ਲੱਗਦਾ ਫਿਰ ਮੈਨੂੰ ਗੁੱਸਾ ਚੜ ਜਾਂਦਾ ਫਿਰ ਯਾ ਦੈਟਸ ਵਾਈ ਤੇ ਜੇ ਗੱਲ ਕਰੀਏ ਕਿ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਪਪੂਲਰ ਆ ਤਿੰਨੇ ਐਪ ਚੋਂ ਤੁਹਾਡੀ ਫੇਵਰਿਟ ਐਪ ਕਿਹੜੀ ਹੈ YouTube ਹੋ ਗਿਆ I would say ਹਾਂਜੀ ਮੈਂ ਕਹੂੰਗੀ ਕਿ ਇੰਸਟਾਗ੍ਰਾਮ ਸਭ ਤੋਂ ਮੇਰੇ ਫੇਵਰਿਟ ਆ ਇਵਨ ਦੋ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਆ ਬਟ ਯੂ نو there's so much you can do ਸੋ ਮੈਨੂੰ ਇੰਸਟਾਗ੍ਰਾਮ ਪਸੰਦ ਆ ਸੈਕਿੰਡ ਫੇਵਰਿਟ ਹੈਗੀ ਟਿਕਟੌਕ ਕਿੰਨੇ ਫਾਲੋਅਰਸ ਨੇ ਤੁਹਾਡੇ ਟਿਕਟੌਕ ਤੇ
TikTok ਤੇ ਇੰਨੇ ਨਹੀਂ, ਕਿਉਂਕਿ ਮੈਂ ਇੰਨੇ ਵੀਡੀਓਜ਼ ਨਹੀਂ ਪਾਉਂਦੀ, ਬਟ ਆਈ ਥਿੰਕ ਲਾਈਕ 17,000 ਹੋਣਗੇ, 17.1 or something, yeah. ਇਹਦੇ ਨਾਲ ਹੀ ਆਪਣਾ ਰੈਪਿਡ ਫਾਇਰ ਇੱਥੇ ਹੀ ਖਤਮ ਹੁੰਦਾ ਤੇ ਆਪਾਂ ਸ਼ੋਅ ਨੂੰ ਅੱਗੇ ਵਧਾਉਂਦੇ ਹਾਂ ਤੇ ਫਿਰ ਥੋੜੇ ਜਿਹੜੇ ਸਵਾਲ ਜਵਾਬ ਕਰਦੇ ਹਾਂ। ਤੇ ਜੇ ਰੈਮਡੀ ਦੀ ਗੱਲ ਕੀਤੀ ਜਾਵੇ ਕਿ ਰੈਮਡੀ ਇੱਕ ਵਰਡ ਯੂਜ਼ ਹੁੰਦਾ ਵਾ ਕਿ ਇਲਾਜ ਕਰਨਾ, ਤੇ ਮੈਂ ਸ਼ੋਅ ਦੇ ਸ਼ੁਰੂ ਵਿੱਚ ਵੀ ਕਿਹਾ ਸੀਗਾ ਕਿ ਜਿਹੜਾ ਹਾਸਿਆਂ ਦਾ ਬੰਦੇ ਦੇ ਅੰਦਰ ਇੱਕ ਬਿਮਾਰੀ ਹੁੰਦੀ ਹੈ ਕਿ ਉਹ ਗਮਾਂ 'ਚ ਹੁੰਦਾ ਜਾਂ ਦੁੱਖ ਤਕਲੀਫ 'ਚ ਹੁੰਦਾ, ਉਹਨਾਂ ਨੂੰ ਹਸਾਉਣਾ ਉਹ ਵੀ ਇਲਾਜ ਤੋਂ ਘੱਟ ਨਹੀਂ। ਤੇ ਤੁਸੀਂ ਇਹ ਵੀ ਕਿਹਾ ਕਿ ਮੈਂ ਡਾਕਟਰ ਬਣਨਾ ਚਾਹੁੰਦੇ, ਕਿਤੇ ਤਾਂ ਹੀ ਤਾਂ ਆਪਦਾ ਨਾਮ ਰੈਮਡੀ ਤਾਂ ਨਹੀਂ ਰੱਖ ਲਿਆ ਕਿ ਮੈਂ ਜੇ ਡਾਕਟਰੀ ਨਹੀਂ ਕੀਤੀ ਕਿਸੇ ਤਰੀਕੇ ਇਲਾਜ ਕਰਦਾ ਉਹਨਾਂ ਦਾ। ਹਾਂ ਵੀ ਹੋ ਵੀ ਸਕਦਾ, ਬਿਕਾਜ਼ ਈਦਰ ਵੇ ਮੈਂ ਫਿਰ ਵੀ ਉਹਨਾਂ ਦਾ ਇਲਾਜ ਕਰਨਾ, ਹਸਾਉਣਾ ਉਹਨਾਂ ਨੂੰ, ਹਨਾ, ਲਾਈਕ ਮੇ ਵੀ ਚਾਹੇ 5 ਮਿੰਟ ਲਈ ਆਪਣੀ ਪ੍ਰੋਬਲਮ ਭੁੱਲ ਸਕਦੇ ਆ, ਇਹ ਵੀ ਬਹੁਤ ਵੱਡੀ ਗੱਲ ਆ ਉਹਨਾਂ ਲਈ, ਹਨਾ। ਸੋ ਲਾਈਕ ਹਾਂ ਮੇ ਵੀ ਹੋ ਸਕਦਾ, ਬਟ you know, it's I think it was just a coincidence, and now it's just here forever, so like I really like it. ਕਈ ਵਾਰੀ ਮੇਰੇ ਮੰਮੀ ਵੀ ਮੈਨੂੰ ਰੈਮਡੀ ਬੁਲਾ ਕੇ ਕਹਿੰਦੇ ਆ, ਔਰ ਸਾਡੀ ਬੀਬੀ ਔਰ ਸਾਡੇ ਕਈ ਲਾਈਕ ਇੰਡੀਆ ਦੇ ਕਜ਼ਨ ਵੀ ਜਿੱਦਾਂ ਰੈਮਡੀ ਬੁਲਾਉਂਦੇ ਆ, ਹਨਾ, ਲਾਈਕ ਰਾਮਨ ਤਾਂ ਬਹੁਤ ਘੱਟ ਕਹਿੰਦੇ ਆ, ਰਮਨਦੀਪ ਤਾਂ ਕੋਈ ਉੱਦਾਂ ਹੀ ਨਹੀਂ ਕਹਿੰਦਾ, ਹਨਾ, ਕੰਮ ਤੇ ਵੀ ਲਾਈਕ ਰੈਮਡੀ। ਸੋ ਜੇ ਕਿਸੇ ਕਸਟਮਰ ਨਾਲ ਗੱਲ ਕੀਤੀ ਉਹ ਵੀ ਕਹਿਣਗੇ ਹਾਂ ਤੂੰ ਤਾਂ ਮੇਰੇ ਕੰਮ ਦੀ ਰੈਮਡੀ ਸੀ, ਤੂੰ ਮੇਰੀ ਪ੍ਰੋਬਲਮ ਸੋਲਵ ਕੀਤੀ। ਸੋ ਆਈ ਹੀਅਰ ਦੈਟ ਅ ਲੋਟ, ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਏਦਾਂ ਕੋਈ ਕਹਿੰਦਾ ਹੈ, ਹਨਾ, ਬਿਕਾਜ਼ ਆਈ ਫੀਲ ਲਾਈਕ ਜੋ ਵੀ ਨੇਮ ਦਾ ਮੀਨਿੰਗ ਆ, I almost try to do it in real life, you know, just to kind of make a smaller impact if I can. ਤੇ ਰੈਮਡੀ ਤੁਹਾਡਾ ਪਿੰਡ ਕਿਹੜਾ, ਤੁਹਾਡੇ ਪੇਰੈਂਟਸ ਦਾ ਜਾਂ ਤੁਹਾਡਾ ਪਿੰਡ ਕਹੀਏ? ਹੁਣ ਤਾਂ ਠੀਕ ਹੈ ਤੁਸੀਂ ਕੈਨੇਡਾ 'ਚ ਰਹਿ ਰਹੇ ਹੋ, ਤਾਂ ਬੈਕ ਹੋਮ ਇੰਡੀਆ ਤੋਂ ਕਿੱਥੋਂ? ਹਾਂਜੀ, ਫਰੀਦਕੋਟ ਤੋਂ। ਤੇ ਕਿੰਨੀ ਵਾਰੀ ਗਏ ਹੋ ਹੁਣ ਤੁਸੀਂ ਫਰੀਦਕੋਟ? ਤੇ 3 ਵਾਰੀ। ਤੇ ਕਿੱਦਾਂ ਦਾ ਫੀਲ ਹੁੰਦਾ ਇੰਡੀਆ ਜਾ ਕੇ? ਕੋਈ ਹਰ ਵਾਰੀ ਨਵੀਂ ਚੀਜ਼ ਜਗ੍ਹਾ ਘੁੰਮਣ ਜਾਂਦੇ ਹੋ ਕਿ ਪਿੰਡ ਜਾਂਦੇ ਹੋ ਪਹਿਲਾਂ? ਪਹਿਲਾਂ ਤਾਂ ਪਿੰਡ ਜਾਈਦਾ, ਪਹਿਲਾਂ ਤਾਂ 2-3 ਦਿਨ ਤਾਂ ਮੈਨੂੰ ਗੁੱਸਾ ਜਿਹਾ ਹੁੰਦਾ ਕਿ ਲਾਈਕ ਉਹ ਮੈਂ ਇੱਥੇ ਕਿਉਂ ਆਈ, ਹਨਾ, ਬਿਕਾਜ਼ ਸਾਰਾ ਕੁਝ ਡਿਫਰੈਂਟ ਲੱਗਦਾ। ਬਟ ਫਿਰ ਜਦੋਂ ਲਾਈਕ ਹੋਰ ਕਿਤੇ ਜਾਈਦਾ, ਡਿਫਰੈਂਟ ਸਿਟੀ ਵਿੱਚ ਜਾਈਦਾ, ਹਨਾ, ਲਾਈਕ ਚੰਡੀਗੜ੍ਹ ਸੀ ਲਾਸਟ ਟ੍ਰਿਪ ਤੇ ਮੈਂ ਚੰਡੀਗੜ੍ਹ 2 ਵੀਕ ਰਹੀ ਸੀਗੀ, ਉਹ 3 ਵੀਕ, ਕਿਉਂਕਿ ਉਦੋਂ ਮੈਂ ਜਿਹੜਾ ਸੌਂਗ ਕੀਤਾ ਸੀਗਾ ਉੱਥੇ ਸੀਗਾ। ਬਟ ਉਹਦਾ ਵਧੀਆ ਲੱਗਦਾ ਆ, ਯੂ ਨੋ, ਜਿੱਦਾਂ ਸਾਰਾ ਕੁਛ ਲਾਈਕ ਬਹੁਤ ਸਾਇਲੈਂਟ ਹੁੰਦਾ ਆ, ਨਾਈਸ ਹੁੰਦਾ, ਤੇ ਜਿੱਦਾਂ ਫਾਰਮ ਵਿੱਚ ਜਾਣਾ ਸਾਰਾ ਕੁਛ ਲਾਈਕ ਗ੍ਰੀਨਰੀ, ਐਵਰੀਥਿੰਗ, ਪੀਪਲ ਆਰ ਸੋ ਸਿੰਪਲ। ਸੋ ਜਦੋਂ ਮੇਰਾ ਮਨ ਲੱਗ ਜਾਂਦਾ ਉਦੋਂ ਫਿਰ ਇੱਥੇ ਆਉਣ ਦਾ ਟਾਈਮ, ਵਾਪਸ ਆਉਣ ਦਾ ਟਾਈਮ ਹੋ ਜਾਂਦਾ। ਸੋ ਬਸ ਏਦਾਂ ਹੀ ਟਾਈਮ ਲੰਘ ਜਾਂਦਾ ਉੱਥੇ। ਤੇ ਇੰਡੀਆ 'ਚ ਜਾ ਕੇ ਕਿਵੇਂ ਤੁਸੀਂ ਰਿਕਸ਼ੇ ਦੀ ਜਾਂ ਉਹ ਇੱਕ ਛੋਟੇ ਜਿਹੜੇ ਘੂੰਡ ਜੇ ਕਹਿ ਦਿੰਦੇ ਆਪਾਂ ਆਟੋ ਰਿਕਸ਼ਾ ਜੇ, ਉਹਨਾਂ 'ਚ ਸਵਾਰੀ ਕੀਤੀ ਸੀ ਕਦੇ? ਨਹੀਂ ਕੀਤੀ ਨਹੀਂ। ਮੈਂ ਤਾਂ ਇੱਕ ਵਾਰੀ ਬੱਸ ਵਿੱਚ ਵੀ ਬੈਠਣਾ ਦੀ ਟਰਾਈ ਕੀਤੀ ਸੀ, ਕਿਉਂਕਿ ਮੈਂ ਕਦੇ ਬੱਸ ਵਿੱਚ ਮੈਂ ਬੈਠਣਾ ਟਰਾਈ ਕਰਨਾ ਸੀਗਾ ਕਿ ਲਾਈਕ ਉਹ ਵਧੀਆ ਲੱਗਦਾ, ਪਰ ਮੇਰੇ ਕਜ਼ਨ ਕਹਿੰਦੇ ਨਹੀਂ ਤੂੰ ਏਦਾਂ ਕਿੱਦਾਂ ਲਾਈਕ ਇੱਕ ਸਟਾਪ ਤੇ ਚੜ੍ਹ ਕੇ ਫਿਰ ਦੂਜੇ ਸਟਾਪ ਤੇ ਉਤਰਨਾ। ਸੋ ਅਜੇ ਤੱਕ ਕੀਤੀ ਨਹੀਂ, ਮੇ ਬੀ ਵਨ ਡੇ ਜਦੋਂ ਨੈਕਸਟ ਟਾਈਮ ਹੋਪਫੁਲੀ ਜਾਵਾਂਗੇ, ਹਨਾ, ਹੋਪਫੁਲੀ। ਬਟ ਇਹ ਮੇਰਾ ਡ੍ਰੀਮ ਆ ਕਿ ਮੈਂ ਉਹਦੇ ਰਿਕਸ਼ੇ ਹੁੰਦੇ 3 ਵੀਲ ਵਾਲੇ ਉਹਦੇ ਤੇ ਬੈਠਣਾ। ਤੇ ਤੁਸੀਂ ਕੈਨੇਡਾ ਕਿਹੜੀ ਏਜ 'ਚ ਆਏ ਸੀਗੇ? I was like 10 years old when we came here. ਮਤਲਬ ਸਕੂਲਿੰਗ ਕਾਲਜ ਸਾਰਾ ਤੁਹਾਡਾ ਕੈਨੇਡਾ ਦਾ ਹੀ ਹੈ? ਹਾਂ, ਲਾਈਕ ਉੱਥੇ ਮੈਂ ਸਕੂਲ ਕੀਤਾ ਸੀ, ਬਟ ਉਹ ਸਾਰਾ ਇੰਗਲਿਸ਼ ਵਿੱਚ ਸੀਗਾ, ਪਰ ਮੈਨੂੰ ਇੰਨਾ ਯਾਦ ਨਹੀਂ ਹੈਗਾ। ਲਾਈਕ ਉੱਥੇ ਫਰੈਂਡਸ ਵੀ ਹੈਗੇ ਹੋਣਗੇ, ਬਟ ਲਾਈਕ ਉਹਨਾਂ ਨਾਲ ਕਦੇ ਗੱਲ ਨਹੀਂ ਕੀਤੀ, ਹਨਾ, ਬਟ ਸਾਰਾ ਕੁਝ ਇੱਥੇ ਹੀ ਸੀਗਾ, ਸਕੂਲਿੰਗ ਐਵਰੀਥਿੰਗ ਡਨ ਫਿਨਿਸ਼ ਹੀਅਰ। ਤੇ ਇੱਥੇ ਆ ਜਿਵੇਂ ਤੁਸੀਂ ਕੈਨੇਡਾ 'ਚ ਰਹਿ ਰਹੇ ਹੋ, ਤੇ ਕੈਨੇਡਾ ਵਿੱਚ ਤੁਹਾਨੂੰ ਕੋਈ ਵੀ ਇੱਕ ਚੀਜ਼ ਆ ਜਿਹੜੀ ਕਿ ਤੁਹਾਨੂੰ ਇਨਸਪਾਇਰ ਕਰਦੀ ਹੈ ਕਿ ਲਾਈਫ 'ਚ ਅੱਗੇ ਵਧਣਾ ਚਾਹੀਦਾ ਜਾਂ ਕੁਝ ਵੀ ਕਰਨਾ, ਉਹ ਕਿਹੜੀ ਚੀਜ਼ ਆ ਜਿਹੜੀ ਕੈਨੇਡਾ 'ਚ ਆ ਕੇ ਤੁਹਾਨੂੰ ਪਤਾ ਲੱਗਿਆ? ਮੈਂ ਕਹੂੰਗੀ ਕਿ ਜਿਹੜੀ ਚੀਜ਼ ਮੈਨੂੰ ਲਾਈਕ ਮੋਟੀਵੇਟ ਕਰਦੀ ਆ ਕਿ ਲਾਈਕ ਤੁਸੀਂ ਨੋ ਮੈਟਰ ਤੁਹਾਡਾ ਜੈਂਡਰ ਕੀ ਆ, ਤੁਸੀਂ ਫੀਮੇਲ ਆ ਜਾਂ ਮੇਲ ਆ, ਹਨਾ, ਲਾਈਕ ਤੁਸੀਂ ਆਪਣੇ ਕੰਮ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਆ ਨਾ, ਤੁਸੀਂ ਅੱਗੇ ਵੱਧ ਸਕਦੇ ਆ ਜੇ ਤੁਸੀਂ ਲਾਈਕ ਰੀਲੀ ਵਰਕ ਹਾਰਡ ਐਂਡ ਐਵਰੀਥਿੰਗ, ਹਨਾ। ਤੁਸੀਂ ਕੁਝ ਵੀ ਕਰ ਸਕਦੇ, ਜਿਹਦੇ ਤੁਸੀਂ ਮਾਈਂਡ ਸੈਟ ਕਰੋਗੇ ਇੱਥੇ ਕਰ ਸਕਦੇ ਆ। ਲਾਈਕ ਇੱਥੇ ਫਰੀडम ਹੈਗੀ ਆ ਤੁਹਾਨੂੰ, ਹਨਾ, ਲਾਈਕ ਅੱਗੇ ਵਧਣ ਦੀ ਔਨ ਯੋਰ ਓਨ। ਤੁਹਾਨੂੰ ਲਾਈਕ ਕਿਸੇ ਹੋਰ ਦੀ ਜ਼ਰੂਰਤ ਨਹੀਂ ਹੈ। ਹਾਂ, ਓਬਵੀਅਸਲੀ ਤੁਹਾਡੀ ਫੈਮਿਲੀ ਹਮੇਸ਼ਾ ਤੁਹਾਡੇ ਨਾਲ ਰਹੂਗੀ, ਰਾਈਟ, ਬਟ ਤੁਹਾਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਸਾਰਾ ਕੁਝ ਆਪ ਹੀ ਕਰ ਸਕਦੇ ਆ। ਸੋ ਆਈ ਰੀਲੀ ਲਾਈਕ ਦੈਟ, ਇਟ ਮੋਟੀਵੇਟਸ ਮੀ ਟੂ ਡੂ ਬੈਟਰ ਐਵਰੀ ਸਿੰਗਲ ਡੇ। ਤੇ ਹੁਣ ਆਪਾਂ ਸ਼ੋਅ ਨੂੰ ਥੋੜਾ ਅੱਗੇ ਵਧਾਉਂਦੇ ਆ ਤੇ ਥੋੜੇ ਜਿਹੇ ਪੁੱਠੇ ਸਿੱਧੇ ਸਵਾਲ ਵੀ ਪੁੱਛਦੇ ਆ। ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਰੈਮਡੀ ਨੂੰ ਖੁਸ਼ ਕਰਨ ਦੀ ਕੋਈ ਰੈਮਡੀ ਹੈਗੀ ਹੈ? ਮੈਨੂੰ ਗਿਫਟਸ ਬਹੁਤ ਪਸੰਦ ਆ, ਲਾਈਕ ਚਾਹੇ ਕੋਈ ਵੀ, ਚਾਹੇ ਛੋਟਾ ਹੀ ਹੋਵੇ ਨਾ, ਲਾਈਕ ਸਮਾਲ ਜੈਸਚਰ, ਇਟ ਮੇਕਸ ਮੀ ਹੈਪੀ। ਪਹਿਲਾਂ ਜੋ ਛੋਟੇ ਹੁੰਦੇ ਸੀ, ਹਾਂ, ਲਾਈਕ ਮੈਨੂੰ ਬ੍ਰਾਂਡਡ ਸਟੱਫ ਹੀ ਚਾਹੀਦੇ ਆ, ਹਨਾ, ਲਾਈਕ ਹਮੇਸ਼ਾ ਫੈਮਿਲੀ ਨੂੰ ਵੀ ਇੱਦਾਂ ਹੀ ਕਹਿਣਾ ਲਾਈਕ ਉਹ ਮੈਨੂੰ ਗੁੱਚੀ ਦਿਸ ਐਂਡ ਦੈਟ ਚਾਹੀਦਾ। ਪਰ ਹੁਣ ਆਈ ਥਿੰਕ ਜਦੋਂ ਤੁਸੀਂ ਵੈਨ ਯੂ ਸਟਾਰਟ ਗਰੋਇੰਗ ਅਪ, ਲਾਈਕ ਨਾਓ ਇਟਸ ਲਾਈਕ ਇਵਨ ਇਫ ਇਟਸ ਅ ਸਮਾਲ ਐਕਟ that you do, even if you like do a small act, I'll still be happy with it. ਤੇ ਅਗਲਾ ਹੈਗਾ ਵਾ ਕਿ ਅਕਸਰ ਕਹਿੰਦੇ ਆ ਕਿ ਜਿਹੜਾ ਮਰਦ ਕੋਲ ਦਰਦ ਨਹੀਂ ਹੁੰਦਾ, ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਜਿਹੜੀਆਂ ਕੁੜੀਆਂ ਜਾਂ ਫੀਮੇਲਸ ਆ ਉਹਨਾਂ ਨੂੰ ਠੰਡ ਨਹੀਂ ਲੱਗਦੀ।
ਮੈਂ ਕਹੂੰਗੀ ਕਿ ਹਾਂ ਇਹ ਆਲਮੋਸਟ ਸੱਚ ਆ ਬਿਕਾਜ਼ ਅਸੀਂ ਬਾਹਰ ਜਾਂਦੇ ਆ ਕਈ ਵਾਰੀ ਤਾਂ ਲਾਈਕ ਡਰੈਸਿਸ ਪਾਈਆਂ ਹੁੰਦੀਆਂ ਹੀਲਸ ਪਾਈਆਂ ਹੁੰਦੀਆਂ ਸਨੋ ਦੇ ਵਿੱਚ ਵੀ ਹੈ ਨਾ ਲਾਈਕ ਥੋੜੀ ਜਿਹੀ ਠੰਡ ਲੱਗਦੀ ਹੈ 2 ਮਿੰਟ ਬਾਅਦ ਚ ਤੁਹਾਡੀ ਬਾਡੀ ਨਮ ਹੋ ਜਾਂਦੀ ਬਾਅਦ ਚ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਸਾਰੀ ਰਾਤ ਤੁਸੀਂ ਏਦਾਂ ਹੀ ਕੱਢ ਸਕਦੇ ਆ ਤੇ ਕਦੇ ਰੈਮੇਡੀ ਇਦਾਂ ਹੋਇਆ ਕਿ ਜਿਵੇਂ ਗੁੱਸਾ ਆ ਗਿਆ ਹੋਵੇ ਤੇ ਆਪਦਾ ਫੋਨ ਜਾਂ ਆਈਪੈਡ ਚਲਾ ਕੇ ਮਾਰਿਆ ਹੋਵੇ? ਨਹੀਂ ਮੈਨੂੰ ਫੋਨ ਤਾਂ ਬਹੁਤ ਪਸੰਦ ਆ ਫੋਨ ਤਾਂ ਮੈਂ ਕਿਤੇ ਵੀ ਜਾਣਾ ਹਮੇਸ਼ਾ ਆਪਣੇ ਕੋਲ ਰੱਖੀਦਾ ਚਾਹੇ ਮੈਨੂੰ ਗੁੱਸਾ ਵੀ ਆਊਗਾ ਮੈਂ ਕੋਈ ਹੋਰ ਚੀਜ਼ ਤੋੜ ਦੂੰਗੀ ਪਰ ਫੋਨ ਨਹੀਂ ਤੋੜਨਾ ਫਸਟ ਥਿੰਗ ਜਿਹੜੀ ਇਫ ਯੂ ਗੈਟ ਅ ਸੁਪਰ ਪਾਵਰ ਫਸਟ ਥਿੰਗ ਕਿਹੜੀ ਕਰੋਗੇ ਤੁਸੀਂ? ਜੇ ਮੈਨੂੰ ਸੁਪਰ ਪਾਵਰ ਮਿਲ ਗਈ ਮੈਂ ਲਾਈਕ ਸਭ ਤੋਂ ਚੀਜ਼ ਜਿਹੜੀ ਮੈਂ ਕਰਦੀ ਹਾਂ ਜਿਹੜੇ ਹੋਮਲੈਸ ਪੀਪਲ ਹੁੰਦੇ ਆ ਨਾ ਲਾਈਕ ਅਰਾਊਂਡ ਦ ਸਿਟੀ ਵਟਐਵਰ ਮੈਂ ਉਹਨਾਂ ਨੂੰ ਹੈਲਪ ਕਰੂੰਗੀ ਜਿੰਨੀ ਵੀ ਹੋ ਸਕੇ ਬਿਕਾਜ਼ ਆਈ ਹੇਟ ਸੀਇੰਗ ਲਾਈਕ ਹੋਮਲੈਸ ਪੀਪਲ ਸਪੈਸ਼ਲੀ ਇਨ ਦ ਵਿੰਟਰ ਉਹ ਜਿਹੜੇ ਸ਼ੈਲਟਰ ਹੁੰਦੇ ਆ ਲਾਈਕ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਆ that would be my first thing to do. The most daring thing you ever done? Most daring thing honestly ਮੈਨੂੰ ਲੱਗਦਾ ਕਿ ਜਦੋਂ ਵੀ ਅਸੀਂ ਕੁਝ ਕਰਦੇ ਹਮੇਸ਼ਾ ਏਦਾਂ ਹੀ ਹੁੰਦਾ questionable ਮੇਰੇ ਫਰੈਂਡ ਲਾਈਕ what the hell what did you do so I don't think ਮੈਂ till to date ਕਿ ਏਦਾਂ ਦਾ ਕੋਈ ਵੀ ਕੀਤਾ ਹੋਊਗਾ ਕਿ ਮੈਨੂੰ ਲੱਗਦਾ ਕਿ oh my god why did I do that maybe traveling to Thailand by myself ਮੈਂ ਇਕੱਲੀ ਇੱਥੋਂ ਗਈ ਸੀਗੀ ਉਹ ਮੇਬੀ ਡੇਅਰਿੰਗ ਸੀਗਾ ਬਿਕਾਜ਼ ਉਹ ਕਿੰਨੀ ਦੂਰ ਆ ਇੱਥੋਂ ਵੀ ਫਿਰ ਮੈਂ ਫਲਾਈਟ ਮਿਸ ਕਰ ਲਈ ਫਿਰ ਉੱਥੇ ਮੈਨੂੰ ਗੱਲ ਕਰਨੀ ਪਈ ਟ੍ਰਾਂਸਲੇਸ਼ਨ ਉਹ ਚਾਈਨੀਜ਼ ਬੋਲਦੇ ਸੀਗੇ ਮੈਂ ਇੰਗਲਿਸ਼ ਫਿਰ ਉਹ ਮੈਨੂੰ ਲੱਗਦਾ ਸਭ ਤੋਂ ਡੇਅਰਿੰਗ ਸੀਗਾ ਬਿਕਾਜ਼ I was in a country where I didn't even know anybody and I was by myself so yeah maybe that. Most embarrassing ਤੇ most funniest moment ਕਿਹੜੇ ਆ ਤੁਹਾਡੀ ਲਾਈਫ ਤੇ? Embarrassing ਕਦੇ ਲਾਈਕ ਜਦੋਂ ਕਿਹੜੀ ਪੰਜਾਬੀ ਬੋਲਣੀਆਂ ਵਿੱਚ ਆ ਜਾਣਾ ਨਾ ਲਾਈਕ ਮੇਬੀ I would say that's embarrassing sometimes ਪਰ ਉਹਦਾ ਕੁਛ I don't think ਕਿ ਏਦਾਂ ਦਾ ਕੋਈ ਹੋਊਗਾ ਮੇਬੀ ਇੱਕ ਦੋ ਵਾਰੀ ਡਿੱਗੀ ਸੀ ਥੱਲੇ ਭੱਜਦੇ ਹਾਂ ਉਹ embarrassing ਹੋਊਗਾ ਪਰ ਉਹਦਾ ਹੋਰ ਕੁਛ ਏਦਾਂ ਯਾਦ ਨਹੀਂ. ਤੇ ਕਦੇ ਤੁਸੀਂ ਇਦਾਂ ਹੋਇਆ ਕਿ ਆਪਾਂ ਤਿਆਰ ਹੋਏ ਆ ਪੂਰੇ ਐਨ ਮਤਲਬ ਖਿੱਚ ਲਿਆ ਤੇ ਫੋਟੋ ਖਿੱਚਣੀ ਭੁੱਲ ਗਏ ਹੋਈਏ ਤੇ ਦੁਬਾਰਾ ਤੋਂ ਕੱਪੜੇ ਫੇਰ ਪਾਏ ਕਿ ਨਹੀਂ ਮੈਂ ਫੋਟੋ ਖਿੱਚਣੀ ਸੀ? ਹਾਂ ਇਹ ਤਾਂ ਮੈਂ ਬਹੁਤ ਵਾਰੀ ਕੀਤਾ ਬਹੁਤ ਵਾਰੀ ਹੈ ਨਾ ਲਾਈਕ ਆਲਮੋਸਟ ਜਦੋਂ ਕਈ ਵਾਰੀ ਲਾਈਕ ਮੈਂ ਲੇਟ ਹੁੰਦੀ ਆ ਪਰ ਲਾਈਕ ਕਿਤੇ ਜਾਣਾ ਹੁੰਦਾ ਐਂਡ ਟਾਈਮ ਕ੍ਰੰਚ ਸਪੈਸ਼ਲੀ ਕੋਵਿਡ ਕਰਕੇ ਤਾਂ ਤੁਹਾਨੂੰ ਰੈਸਟੋਰੈਂਟ ਵੀ ਇੱਥੇ ਵੀ ਲਾਈਕ 90 ਮਿੰਟ ਦਾ ਹੁੰਦਾ ਹੈ ਨਾ ਸੋ ਉੱਥੇ ਭੱਜਣਾ ਜਲਦੀ ਫਿਰ ਵਾਪਸ ਆ ਕੇ ਲਾਈਕ ਸਾਰਾ ਕੁਝ ਲਾਈਕ ਮੇਕਅਪ ਉਤਾਰ ਕੇ ਲਾਈਕ ਓ ਮਾਈ ਗॉड I forgot the picture and the next day I would try to dress up the same just to take the picture so I've done it a lot of times. As a brown kid ਤੁਹਾਨੂੰ ਕੀ ਲੱਗਾ ਕਿ ਕਿਹੜੀ ਚੀਜ਼ ਇਹੋ ਜਿਹੀ ਹੈ ਜਿਹੜੀ ਬਹੁਤ ਔਖੀ ਲੱਗੀ ਤੁਹਾਨੂੰ? ਬ੍ਰਾਊਨ ਕਿਡ ਮੈਨੂੰ ਲੱਗਦਾ ਕਿ ਸਬਜ਼ੀ ਬਣਾਉਣਾ ਕੁੜੀਆਂ ਲਈ ਸਪੈਸ਼ਲੀ ਬਹੁਤ ਔਖਾ ਆ ਲਾਈਕ ਦ ਸਮੈਲ ਐਂਡ ਐਵਰੀਥਿੰਗ ਬਟ ਜਦੋਂ ਤੁਹਾਨੂੰ ਇੱਕ ਵਾਰੀ ਆ ਗਿਆ ਫਿਰ ਤੜਕਾ ਆਲਮੋਸਟ ਸੇਮ ਹੁੰਦਾ ਸੋ ਮੈਨੂੰ ਉਹ ਸਭ ਤੋਂ ਲਾਈਕ ਔਖਾ ਲੱਗਿਆ ਸੀਗਾ ਔਰ ਮੇਬੀ ਕਹਿ ਸਕਦੇ ਕਿ ਅਡੈਪਟ ਕਰਨਾ ਹੈ ਨਾ ਕਈ ਚੀਜ਼ਾਂ ਲਈ ਤੁਹਾਨੂੰ ਲਾਈਕ ਫੈਮਿਲੀ ਤੁਹਾਨੂੰ ਹਮੇਸ਼ਾ ਜੱਜ ਕਰਨਗੇ ਤੁਹਾਡੇ ਰਿਲੇਟਿਵਸ ਜੱਜ ਕਰਨਗੇ ਉਹ ਇੱਕ ਬਹੁਤ ਵੱਡੀ ਚੀਜ਼ ਆ ਕਿ ਜਿਹੜੀ ਆਈ ਥਿੰਕ ਫॉर ਅ ਬ੍ਰਾਊਨ ਕਿਡ ਇਟਸ really hard if you're talking about like a male or female so yeah. ਇਹਦੇ ਨਾਲ ਹੀ ਆਪਣਾ ਇਹ ਸੈਗਮੈਂਟ ਵੀ ਇੱਥੇ ਹੀ ਖਤਮ ਹੁੰਦਾ ਤੇ ਆਪਾਂ ਅੱਗੇ ਵਧਦੇ ਹਾਂ ਥੋੜਾ ਜਿਹਾ ਤੇ ਰੈਮੇਡੀ ਜੇ ਗੱਲ ਕਰੀਏ ਜਿਵੇਂ ਤੁਸੀਂ ਕੀਤੀ ਬ੍ਰਾਊਨ ਕਿਡਸ ਦੀ ਇੱਥੇ ਕੈਨੇਡਾ ਵਿੱਚ ਆ ਕੇ ਜਿਹੜਾ ਮੈਂ ਸੀਗਾ ਮੈਂ ਹੈਗੀ ਉਹ ਕਾਹਤੋਂ ਲਿੰਗ ਪੁਲਿੰਗ ਕਾਹਤੋਂ ਚੇਂਜ ਹੋ ਜਾਂਦੇ ਜਿਵੇਂ ਮੇਰੇ ਵਰਗੇ ਦੇ ਸ਼ੀ ਹੀ ਫਸੇ ਜਾਂਦੇ ਆ ਤੇ ਉਵੇਂ ਇਹ ਜਵਾਕਾਂ ਦੇ ਕਾਹਤੋਂ ਫਸ ਜਾਂਦੇ ਮੈਂ ਕਰਦੀ ਸੀਗੀ ਮੈਂ ਕਰਦਾ ਪਿਆ ਹੈਗਾ ਇਹ ਕਾਹਤੋਂ ਕਰਦੇ ਨੇ? I think ਪਤਾ ਹੈ ਕੀ ਹੁੰਦਾ ਹੈ ਲਾਈਕ ਮੈਂ ਤਾਂ ਆਪਣਾ ਓਪੀਨੀਅਨ ਦਊਂਗੀ ਬਿਕਾਜ਼ ਮੇਰੇ ਨਾਲ ਕਈ ਵਾਰੀ ਏਦਾਂ ਹੋਇਆ ਹੈ ਨਾ ਲਾਈਕ ਜਿੱਦਾਂ ਕਹਿਣਾ ਕੋਈ ਗੱਲਾਂ ਮੈਨੂੰ ਹਣਾ ਕਹਿਣਾ ਬਹੁਤ ਲਾਈਕ ਵਿੱਚ ਹਣਾ ਮੈਂ ਬਹੁਤ ਕਹਿੰਦੀ ਆ ਜਦੋਂ ਪੰਜਾਬ ਬੋਲਦੀ ਹਾਂ ਮੈਨੂੰ ਲੱਗਦਾ ਕਿ ਬਿਕਾਜ਼ ਜਿੱਦਾਂ ਇੱਥੇ ਇਸ ਕੰਟਰੀ ਵਿੱਚ ਸਾਰੇ ਡਿਫਰੈਂਟ ਏਰੀਆ ਦੇ ਪੰਜਾਬੀ ਲੋਕ ਹੁੰਦੇ ਆ ਸਾਰਿਆਂ ਦਾ ਜਿੱਦਾਂ ਮੈਂ ਸੁਣਿਆ ਕਿ ਡਾਇਲੈਕਟ ਡਿਫਰੈਂਟ ਹੁੰਦਾ ਹੈ ਨਾ ਲਾਈਕ ਜੋ ਕਿ ਤੁਸੀਂ ਕਈ ਵਾਰੀ ਤੁਸੀਂ ਜੇ ਇੰਨੀ ਪੰਜਾਬੀ ਨਹੀਂ ਬੋਲੋਗੇ ਹੈ ਨਾ ਤੁਸੀਂ ਮਿਕਸ ਕਰ ਦਿੰਦੇ ਆ ਸਾਰੇ ਡਾਇਲੈਕਟ ਜਿਹੜੇ ਹੁੰਦੇ ਆ ਤੇ ਮੈਨੂੰ ਲੱਗਦਾ ਕਿ ਉਹਦੇ ਕਰਕੇ ਕਦੇ ਸਾਨੂੰ ਲਾਈਕ ਕਈ ਚੀਜ਼ਾਂ ਕਹਿਣੀਆਂ ਲਾਈਕ ਉੱਦਾਂ ਕਿਡਸ ਲਾਈਕ ਉਹ ਹਾਂ ਮੈਂ ਉੱਥੇ ਜਾਣਾ ਸੀ ਔਰ ਜਿੱਦਾਂ ਵੀ ਮੰਗਦਾ ਸੀ ਔਰ ਲਾਈਕ ਜਿੱਦਾਂ ਯੂਕੇ ਵਿੱਚ ਮੰਗਦਾ ਕਹਿਣਾ ਔਰ ਇੱਦਾਂ ਬਹੁਤ ਫੇਮਸ ਆ ਇਹ ਆਪੇ ਇੱਦਾਂ ਆ ਜਾਂਦਾ ਬਿਕਾਜ਼ ਜਿੱਦਾਂ ਦੇ ਤੁਸੀਂ ਲੋਕਾਂ ਨਾਲ ਚਿਲ ਕਰਦੇ ਆ ਜੇ ਉਹਨਾਂ ਨੂੰ ਨਹੀਂ ਇੰਨੀ ਪੰਜਾਬੀ ਆਉਂਦੀ ਤੁਹਾਨੂੰ ਨਹੀਂ ਆਉਂਦੀ ਤੁਸੀਂ ਇੱਦਾਂ ਇੱਥੋਂ ਕੁਛ ਕੈਚ ਕਰ ਲਿਆ ਇੱਧਰੋਂ ਕੁਛ ਕੈਚ ਕਰ ਲਿਆ ਸੋ ਉਹ ਮੇਬੀ ਮਿਕਸ ਹੋਣ ਕਰਕੇ ਮੇਬੀ ਇੱਦਾਂ ਹੋ ਜਾਂਦਾ ਕਦੇ ਠੀਕ ਹੈ ਜੀ ਤੇ ਰੈਮੇਡੀ ਹੁਣ ਆਪਣਾ ਸਮਾਂ ਹੋ ਗਿਆ ਵਾ ਕਿ ਸ਼ੋਅ ਨੂੰ ਇੱਥੇ ਰੈਪ ਅਪ ਕਰੀਏ ਤੇ ਇੱਕ ਸੁਨੇਹਾ ਜਿਹੜਾ ਤੁਸੀਂ ਅੱਜ ਦੇ ਆਪਣੇ ਭਾਈਚਾਰੇ ਨੂੰ ਜਾਂ ਆਪਣੇ ਯੂਥ ਨੂੰ ਦੇਣਾ ਚਾਹੁੰਦੇ ਹੋ? Thank you so much for giving me the opportunity. So मैं एक message जरूर देना चाहूँगी कि चाहे like तुसी like you know if you're a girl or a boy like families ਨੂੰ ਨਾ ਹਮੇਸ਼ਾ accept ਕਰਨਾ ਚਾਹੀਦਾ ਜਿੱਦਾਂ ਦੇ ਵੀ ਹੈਗੇ especially ਜੋ ਤੁਸੀਂ ਇਸ country ਵਿੱਚ move ਹੁੰਦੇ ਆ like a lot of parents ਕੇ ਜੋ ਵੀ ਆਪਣੀ habit ਹੁੰਦੇ ਆ ਅਸੀਂ ਉੱਥੋਂ ਇੱਥੇ ਲੈ ਕੇ ਆਉਂਦੇ ਆ ਹਨਾ ਪਰ ਅਸੀਂ ਕਈ ਵਾਰੀ generational gap ਨਹੀਂ ਸਮਝਦੇ because ਜੋ ਇੱਥੇ kids through ਜਾਂਦੇ ਆ like ਹੁਣ ਅਸੀਂ ਗੋਰੇ ਨਾਲ ਜੇ ਸਕੂਲ ਜਾਂਦੇ ਆ ਨਾ ਸਾਡੀ ਥਿੰਕਿੰਗ ਪੂਰੀ ਡਿਫਰੈਂਟ ਹੋਊਗੀ ਤਾਂ ਕਈ ਵਾਰੀ lot of families fight with their kids and they're like ਉਹ ਸਾਡੇ ਬੱਚੇ ਸੌਂਦੇ ਨਹੀਂ ਹਨਾ ਹਮੇਸ਼ਾ ਮੇਬੀ ਓਪਨ ਮਾਈਂਡ ਰੱਖੋ ਕਦੇ ਇਹ ਹੁੰਦਾ ਕਿ
ਲਾਈਕ ਜੋ ਵੀ ਉਹ ਕਰਦੇ ਆ ਬੇਸਡ ਔਨ ਜਿਨ੍ਹਾਂ ਨਾਲ ਉਹ ਚਿਲ ਕਰਦੇ ਆ ਹਨਾ। ਜੇ ਤੁਸੀਂ ਲਾਈਕ ਆਬਵੀਅਸਲੀ ਉਹ ਫੈਮਿਲੀ 'ਚ ਘਰੇ ਰਹਿਣਗੇ ਤਾਂ ਉਹ ਹਮੇਸ਼ਾ ਉਹ ਹੈਬਿਟ ਸੇਮ ਤੁਹਾਡੇ ਵਰਗੇ ਹੋਣਗੀਆਂ, ਪਰ ਉਹਨਾਂ ਨੂੰ ਹਮੇਸ਼ਾ ਓਪਨ ਮਾਈਂਡ ਰੱਖਣਾ ਚਾਹੀਦਾ ਬਿਕਾਜ਼ ਤੁਸੀਂ ਹੁਣ ਡਿਫਰੈਂਟ ਕੰਟਰੀ 'ਚ ਰਹਿੰਦੇ ਆ, ਰੂਲਸ ਵੀ ਡਿਫਰੈਂਟ ਹੋਣਗੇ, ਲੋਟ ਕਲਚਰ ਵੀ ਥੋੜਾ ਡਿਫਰੈਂਟ ਹੋਊਗਾ। ਸੋ ਇਹਦੇ ਕਰਕੇ ਲਾਈਕ ਨਾ ਬੱਚਿਆਂ ਨੂੰ ਲਾਈਕ ਹਾਂ ਰੋਕੋ ਜਿਹੜੇ ਗਲਤ ਕੰਮ ਕਰਦੇ ਆ, ਬਟ ਉਹਨਾਂ ਨੂੰ ਇਨਕਰੇਜ ਵੀ ਕਰੋ ਜਿਨ੍ਹਾਂ ਨੇ ਡ੍ਰੀਮਸ ਫੋਲੋ ਕਰਨੇ ਆ। ਇਹ ਨਹੀਂ ਕਿ ਸਾਰੇ not everyone wants to be a doctor, engineer, whatever. ਕਈਆਂ ਦੇ ਪੈਸ਼ਨ ਹੁੰਦਾ be a photographer, ਕਈਆਂ ਦਾ ਪੈਸ਼ਨ ਹੁੰਦਾ be a supermodel, or ਕਈਆਂ ਦਾ ਪੈਸ਼ਨ ਹੁੰਦਾ ਕਿ they want to just own something ਹੈ ਨਾ, they want to maybe own like gas stations or whatever the case is. I think ਉਹਦੇ ਕਰਕੇ like maybe have an open mind, that's what I would say. ਬਹੁਤ ਬਹੁਤ ਥੈਂਕ ਯੂ ਰੈਮਡੀ, ਤੁਸੀਂ ਸਾਡੇ ਨਾਲ ਜੁੜੇ ਤੇ ਆਪਦੇ ਜਿਹੜੇ ਵਿਚਾਰ ਸਾਂਝੇ ਕੀਤੇ। ਤੇ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਅੱਜ ਆਪਾਂ ਰਮਨਦੀਪ ਕੌਰ ਦੀ ਲਾਈਫ ਦੀ ਜਿਹੜੀ ਸਕਸੈਸ ਸਟੋਰੀ ਹੈ ਉਹਦੀ ਰੈਮਡੀ ਸੁਣੀ ਹੈ ਕਿ ਉਹ ਕਿਵੇਂ ਸਕਸੈਸ ਹੋਈ ਹੈ। Thank you so much for giving me the opportunity. I'm so happy and I look forward to watching it on TV. So thank you so much. Thank you very much for joining us. Thank you. Thank you. Bye bye.